ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਿਛ ਹਉ ਨਹੀਂ, ਕਾਸ਼ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਹੋ ਸਤੁਰਾ। ਬੇਸ਼ੁਮਾਰ ਅਥਾਹ ਅਗਾਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਾਨ ਮਾਨ ਦਾਨ ਮਗ ਜੋਹਨ, ਹੀਤ ਚੀਤ ਦੇ ਲੇਲੇ ਪਾਰੀ। ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰਖੀ ਨਿਰਾਰੀ। ਧਾਵਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਦ ਤਨ ਜਾਰੀ। ਕਰਮ ਧਰਮ ਸੰਜਮ ਸੁਚ ਨੇਮਾ, ਚੰਚਲ ਸੰਗ ਸਗਲ ਬਿਦ ਹਾਰੀ। ਪਸ ਪੰਖੀ ਬਿਰਖ ਅਸਥਾਵਰ, ਬਹੁ ਬਿਦ ਜੋਨ ਭ੍ਰਮਿਉ ਅਤ ਭਾਰੀ। ਖਿਨ ਪਲ ਚਸਾ ਨਾਮ ਨਹੀਂ ਸਿਮਰਿਓ, ਦੀਨਾਨਾਥ ਪ੍ਰਾਨਪਤ ਸਾਰੀ। ਖਾਨ ਪਾਨ ਮੀਠ ਰਸ ਭੋਜਨ, ਅੰਤ ਕੀ ਬਾਰ ਹੋਤ ਕਤ ਖਾਰੀ। ਨਾਨਕ ਸੰਤ ਚਰਨ ਸੰਗ ਉਦਰੇ, ਹੋਰ ਮਾਇਆ ਮਗਨ ਚੱਲੇ ਸਭ ਡਾਰੀ। ਪ੍ਰਾਨ ਮਾਨ ਦਾਨ ਮਗ ਜੋਹਨ, ਹੀਤ ਚੀਤ ਦੇ ਲੇ ਪਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਪਾਵਨ 10 ਗੁਰੂ ਅਵਤਾਰ ਧਾਰਨ ਕੀਤੇ ਅਤੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਬਾਣੀ ਦੀ ਮਹਿਮਾ ਅਪਰਪਾਰ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਆਪ ਸੰਗਤਾਂ ਉਸ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਗੁਰੂ ਅਰਜਨ ਪ੍ਰਤੱਖ ਹਰ ਸਵਈਏ ਉਚਾਰਨ ਕਰਕੇ ਭੱਟਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 17 ਭੱਟ 18ਵਾਂ ਰੱਡ ਕਾਂਸ਼ੀ ਤੋਂ ਚੱਲ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਇਹ ਵੈਦਿਕ ਰਿਸ਼ੀ ਸਨ। ਇਹਨਾਂ ਨੇ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਪਦੇਸ਼ ਦਿਓ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 5 ਸਵਈਆਂ ਦੀ ਕਥਾ ਜੋ ਉਪਦੇਸ਼ ਰੂਪ ਹਨ, ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 6 ਸਵਈਏ ਹੋਰ ਹਨ। ਉਹਨਾਂ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਇਹਨਾਂ ਭੱਟਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ
ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪ੍ਰਾਨ ਮਾਨ ਦਾਨ ਮਗ ਜੋਹਨ, ਹੀਤ ਚੀਤ ਦੇ ਲੇਲੇ ਪਾਰੀ। ਇਸ ਪਾਵਨ ਸਵਈਏ ਦੇ ਅੰਦਰ ਗਰੀਬਨ ਨਿਵਾਜ ਸਤਿਗੁਰੂ ਜੀ ਮਾਇਆ ਦੇ ਸੰਬੰਧ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਇਹ ਮਨੁੱਖ ਮਾਇਆ ਨੂੰ ਕਿਹੜੇ ਕਿਹੜੇ ਢੰਗਾਂ ਦੇ ਨਾਲ ਪ੍ਰਾਪਤ ਕਰਦਾ ਹੈ, ਪਹਿਲਾਂ ਉਹਨਾਂ ਦਾ ਜ਼ਿਕਰ ਕਰਦੇ ਹਨ। ਪ੍ਰਾਣ ਮਾਨ ਦਾਨ ਮਗ ਜੋਹਨ। ਪ੍ਰਾਣ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਮਨੁੱਖ ਮਾਇਆ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ। ਮਾਨ ਦੂਜੇ ਨੂੰ ਸਤਿਕਾਰ ਦੇ ਕੇ, ਦੂਜੇ ਦੀ ਖੁਸ਼ਾਮਦ ਕਰਕੇ, ਦੂਜੇ ਦੀ ਚਾਹ ਪਲੂਸੀ ਕਰਕੇ ਉਹਦੇ ਕੋਲੋਂ ਧਨ ਠੱਗਣ ਦਾ ਯਤਨ ਕਰਦਾ ਹੈ। ਤੀਜਾ ਤਰੀਕਾ ਹੈ ਦਾਨ ਦਾ। ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਜੀ ਕਾਰ ਸੇਵਾ ਚੱਲਦੀ ਹੈ, ਉਹਦੇ ਲਈ ਸਾਨੂੰ ਮਾਇਆ ਦੀ ਲੋੜ ਹੈ, ਤੁਸੀਂ ਸਾਡੀ ਮਦਦ ਕਰੋ। ਜਿੱਥੋਂ ਤੱਕ ਦਾਨ ਦੀ ਗੱਲ ਹੈ, ਗੁਰੂ ਘਰ ਦੇ ਵਿੱਚ ਦਸਵੰਧ ਦੀ ਮਰਜ਼ਾਦਾ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਦਸਵੰਧ ਗੁਰੂ ਵਾਸਤੇ ਦੇਣਾ ਚਾਹੀਦਾ, ਇਹ ਗੁਰੂ ਦਾ ਹੁਕਮ ਹੈ। ਪਰ ਦਸਵੰਧ ਉੱਥੇ ਦਿਓ ਜਿੱਥੇ ਤੁਹਾਡੀ ਮਾਇਆ ਗੁਰੂ ਕੀ ਸੇਵਾ ਵਿੱਚ ਲੱਗਦੀ ਹੋਵੇ, ਫਿਰ ਹੀ ਉਹ ਮਾਇਆ ਦਿੱਤੀ ਸਫਲ ਹੁੰਦੀ ਹੈ। ਕਈ ਭੇਖੀ ਲੋਕ, ਪਖੰਡੀ ਲੋਕ, ਉਹ ਝੂਠ ਬੋਲ ਕੇ, ਪਖੰਡ ਕਰਕੇ, ਆਡੰਬਰ ਕਰਕੇ ਉਹ ਵੀ ਦਾਨ ਮੰਗਦੇ ਨੇ। ਉਹਨਾਂ ਨੂੰ ਦਿੱਤੀ ਹੋਈ ਮਾਇਆ ਸਫਲ ਨਹੀਂ ਹੋ ਸਕਦੀ। ਪਰ ਮਨੁੱਖ ਦਾ ਸੁਭਾਅ ਹੈ ਦਾਨ ਦੇ ਵਿੱਚ ਵੀ ਮਾਇਆ ਲੈਂਦੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪੰਡਤ ਲੋਕ ਸਨ, ਪੁਜਾਰੀ ਲੋਕ ਸਨ, ਉਹਨਾਂ ਦੇ ਕੋਲੋਂ ਮੰਗ ਕੇ, ਆਓ ਜੀ ਤੁਹਾਨੂੰ ਅਸੀਂ ਫਲਾਨੀ ਮੂਰਤੀ ਦੇ ਦਰਸ਼ਨ ਕਰਵਾਵਾਂਗੇ, ਫਲਾਨੇ ਮੰਦਰ ਦੇ ਵਿੱਚ ਲੈ ਕੇ ਜਾਵਾਂਗੇ, ਅਤੇ ਮਨੋਰਥ ਮਾਇਆ ਹੀ ਹੁੰਦਾ। ਦਾਨ ਦੇ ਰੂਪ ਦੇ ਵਿੱਚ ਵੀ ਮਨੁੱਖ ਮਾਇਆ ਠੱਗਦਾ। ਮਗ ਜੋਹਨ ਤੀਜਾ ਤਰੀਕਾ। ਚੌਥਾ ਤਰੀਕਾ ਹੈ ਮਗ ਜੋਹਨ, ਰਸਤੇ ਨੂੰ ਤਾੜਦਾ। ਕੋਈ ਰਸਤੇ ਵਿੱਚ ਤੁਰਿਆ ਜਾਂਦਾ ਹੈ, ਉਹਨੂੰ ਲੁੱਟਣਾ। ਕਿਵੇਂ ਲੁੱਟਣਾ ਹੈ? ਜਿਵੇਂ ਬਾਲਮੀਕ ਬਟਵਾਰਾ ਸੀ, ਪਰ ਉਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੋਈ, ਭਗਤੀ ਕਰਕੇ ਰਿਸ਼ੀ ਬਣ ਗਿਆ। ਇਹ ਤਰੀਕੇ ਨੇ ਮਾਇਆ ਇਕੱਠੀ ਕਰਨ ਦੇ। ਇਹ ਮਨੁੱਖ ਮਾਇਆ ਦੀ ਪ੍ਰਾਪਤੀ ਵਾਸਤੇ ਸਾਰੇ ਤਰੀਕੇ ਵਰਤਦਾ। ਹੀਤ ਚੀਜ਼ ਦੇ ਲੈ ਪਾਰੀ, ਚਿੱਤ ਦਾ ਹਿੱਤ ਦੇ ਕੇ ਮਾਇਆ ਨੂੰ ਲੈ ਕੇ, ਪਾਰੀ ਦਾ ਅਰਥ ਫਿਰ ਉਸ ਨੂੰ ਪਾਲਦਾ ਹੈ, ਸੰਭਾਲਦਾ ਹੈ, ਹਰ ਪ੍ਰਕਾਰ ਮਾਇਆ ਦਾ ਖਿਆਲ ਰੱਖਦਾ ਹੈ। ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰੱਖੀ ਨਿਰਾਰੀ। ਫਿਰ ਜਦੋਂ ਮਨੁੱਖ ਦੇ ਕੋਲ ਮਾਇਆ ਆ ਜਾਂਦੀ ਹੈ, ਸਭ ਤੋਂ ਲੁਕਾ ਕੇ, ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਸਾਜਨ ਜਿਹੜੇ ਸਾਡੇ ਸੱਜਣ ਮਿੱਤਰ ਹੁੰਦੇ ਨੇ, ਸੈਨ ਜਿਹੜੇ ਸਾਡੇ ਸਕੇ ਸੰਬੰਧੀ ਹੁੰਦੇ ਨੇ, ਮੀਤ ਜਿਹੜੇ ਮਿੱਤਰ ਇੱਕ ਤਾਂ ਦਿਲ ਦੇ ਸਨੇਹੀ ਹੁੰਦੇ ਨੇ, ਇੱਕ ਬਾਣੀ ਦੇ ਮਿੱਤਰ ਹੁੰਦੇ ਨੇ। ਸੁਤ ਪੁੱਤਰ, ਭਾਈ ਤੋਂ ਭਾਈ ਦਾ ਅਰਥ ਹੈ ਭਰਾ। ਤਾਹੂ ਤੇਲੇ ਰੱਖੀ ਨਿਰਾਰੀ,
ਉਹਨਾਂ ਸਾਰਿਆਂ ਤੋਂ ਛੁਪਾ ਕੇ ਤੇ ਮਾਇਆ ਲੈ ਕੇ ਨਿਰਾਰੀ ਨਿਰਾਲੀ ਵੱਖਰੀ ਕਰਕੇ ਰੱਖਦਾ। ਤਕਰੀਬਨ ਹਰ ਮਨੁੱਖ ਦਾ, ਹਰ ਇਸਤਰੀ ਪੁਰਸ਼ ਦਾ ਸੁਭਾਅ ਹੀ ਹੁੰਦਾ ਹੈ, ਉਹ ਕੁਝ ਮਾਇਆ ਜਿਹਨੂੰ ਗੋਝ ਵੀ ਕਹਿ ਦਿੰਦੇ ਨੇ, ਅਤੇ ਉਹਨੂੰ ਸਾਰਿਆਂ ਤੋਂ ਲੁਕਾ ਕੇ, ਸਾਰਿਆਂ ਤੋਂ ਛੁਪਾ ਕੇ ਚੋਰੀ ਰੱਖਦਾ। ਉਹਦੇ ਬਾਰੇ ਫਿਰ ਉਹ ਭੇਤ ਨਹੀਂ ਦਿੰਦਾ, ਨਾ ਸੱਜਣਾ ਮਿੱਤਰਾਂ ਨੂੰ, ਨਾ ਆਪਣੇ ਪਰਿਵਾਰ ਨੂੰ, ਨਾ ਮਿੱਤਰਾਂ ਨੂੰ, ਨਾ ਭਰਾਵਾਂ ਨੂੰ, ਨਾ ਪੁੱਤਰਾਂ ਨੂੰ, ਅਤੇ ਉਸ ਮਾਇਆ ਨੂੰ ਵੱਖਰੇ ਤੌਰ 'ਤੇ ਸੰਭਾਲ ਕੇ ਰੱਖਦਾ ਹੈ। ਧਾਵਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਦ ਤਨ ਜਾਰੀ। ਗਰੀਬਨ ਵਾਜ ਸਤਿਗੁਰੂ ਜੀ ਇਹਨਾਂ ਭੱਟਾਂ ਨੂੰ ਉਪਦੇਸ਼ ਦਿੰਦੇ ਨੇ। ਇਹ ਮਾਇਆ ਇਕੱਠੀ ਕਰਨ ਦੇ ਤਰੀਕੇ ਨੇ। ਧਾਵਨ ਪਾਵਨ, ਪਾਵਨ ਤੋਂ ਭਾਵ ਇਸ ਮਾਇਆ ਨੂੰ ਪ੍ਰਾਪਤ ਕਰਨ ਦੇ ਲਈ। ਧਾਵਨ, ਮਨੁੱਖ ਇੱਧਰ ਉੱਧਰ ਦੌੜਦਾ ਫਿਰਦਾ ਹੈ। ਕੂਰ ਕਮਾਵਨ, ਫਿਰ ਝੂਠ ਵੀ ਬੋਲਦਾ ਹੈ ਅਤੇ ਝੂਠੇ ਕੰਮ ਕਰਦਾ ਹੈ। ਇਹ ਬਿਦ ਕਰਤ ਔ ਤਨ ਜਾਰੀ, ਇਹੀ ਤਰੀਕੇ ਵਰਤਦਿਆਂ ਹੋਇਆਂ, ਇਹੀ ਢੰਗ ਵਰਤਦਿਆਂ ਹੋਇਆਂ ਮਾਇਆ ਪ੍ਰਾਪਤੀ ਲਈ ਆਪਣੀ ਤਨ ਦੀ ਸਾਰੀ ਉਮਰ ਜਾਰੀ ਦਾ ਅਰਥ ਸਾੜ ਦਿੰਦਾ ਹੈ, ਬਰਬਾਦ ਕਰ ਦਿੰਦਾ ਹੈ। ਕਰਮ ਧਰਮ ਸੰਜਮ ਸੁਚ ਨੇਮਾ, ਚੰਚਲ ਸੰਗ ਸਗਲ ਬਿਦਹਾਰੀ। ਲੋ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਸਿੱਖੀ ਦੇ ਧਰਮ ਕਰਮ ਨੇ, ਕਰਮ ਤੋਂ ਭਾਵ ਧਰਮ ਦੀ ਕਿਰਤ ਕਰਨੀ, ਧਰਮ ਤੋਂ ਭਾਵ ਹੈ ਅੰਮ੍ਰਿਤ ਛਕਣਾ, ਬਾਣੀ ਦੀ ਰਹਿਤ, ਸੇਵਾ ਸਿਮਰਨ ਦੀ ਕਾਲ ਕਰਨੀ। ਸੰਜਮ ਜਿਹੜਾ ਸਤਿਗੁਰੂ ਦਾ ਹੁਕਮ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਅਥਵਾ ਕੁਰੈਤਾਂ ਤੋਂ ਬਚ ਕੇ ਰਹਿਣਾ। ਸੋਚ ਪਵਿੱਤਰਤਾ ਰੱਖਣੀ, ਤਨ ਦੀ ਵੀ ਅਤੇ ਮਨ ਦੀ ਵੀ। ਨੇਮਾ, ਸਿੱਖੀ ਦੇ ਨੇਮ ਦੀ ਪਾਲਣਾ ਕਰਨੀ। ਜਿਵੇਂ ਸਤਿਗੁਰੂ ਦਾ ਹੁਕਮ ਹੈ, ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿ ਰਾਸ ਸੌਣ ਲੱਗਿਆਂ ਕੀਰਤਨ ਸੋਹਿਲਾ ਪੜ੍ਹਨਾ, ਇਹ ਨਿਤਨੇਮ ਹੈ। ਨਾਲ 5 ਕਕਾਰਾਂ ਦੀ ਰਹਿਤ ਵੀ ਰੱਖਣੀ, ਇਹ ਵੀ ਨੇਮ ਦੇ ਵਿੱਚ ਹੀ ਆਉਂਦੀ ਹੈ। ਚੰਚਲ ਸੰਗ ਸਗਲ ਬਿਦਹਾਰੀ, ਚੰਚਲ ਦਾ ਅਰਥ ਹੈ ਚੰਚਲ ਮਾਇਆ। ਇਸ ਮਾਇਆ ਦੀ ਸੰਗਤ ਕਰਕੇ ਇਸ ਮਨੁੱਖ ਨੇ ਸਗਲ ਬਿਦ ਹਾਰੀ, ਸਾਰੀ ਜਿੰਨੀ ਧਰਮ ਦੀ ਮਰਜ਼ਾਦਾ ਸੀ ਜਾਂ ਸਿੱਖੀ ਦੇ ਨਿਯਮ ਸਨ, ਸੁੱਚ ਪਵਿੱਤਰਤਾ ਸੀ ਅਤੇ ਸੰਜਮ, ਕੁਰੈਤਾਂ ਤੋਂ ਬਚਣਾ ਸੀ, ਇਹ ਸਾਰੀ ਮਰਜ਼ਾਦਾ ਹਾਰੀ ਦਾ ਅਰਥ ਹੈ ਹਾਰ ਦਿੱਤੀ, ਤਿਆਗ ਦਿੱਤੀ, ਨਾਸ਼ ਕਰ ਦਿੱਤੀ। ਇਸ ਮਾਇਆ ਦੀ ਸੰਗਤ ਕਰਕੇ ਆਦਮੀ ਸਿੱਖੀ ਦਾ ਧਰਮ ਕਰਮ ਸੰਜਮ ਸੁੱਚ ਨੇਮ ਸਭ ਗਵਾ ਦਿੰਦਾ ਹੈ। ਪਸ ਪੰਖੀ ਬਿਰਖ ਅਸਥਾਵਰ, ਬਹੁ ਬਿਦ ਜੋਨ ਭ੍ਰਮਿਓ ਅਤ ਭਾਰੀ। ਫਿਰ ਇਸੇ ਮਾਇਆ ਦੇ ਮੋਹ ਦੇ ਕਾਰਨ ਅਨੇਕਾਂ ਜੂਨਾਂ ਵੀ ਭੋਗਣੀਆਂ ਪੈਂਦੀਆਂ। ਪਸ਼ੂ ਪੰਛੀਆਂ ਦੀ ਜੂਨ ਦੇ ਵਿੱਚ ਜਾਂਦਾ ਹੈ। ਬਿਰਛ ਵੀ ਇੱਕ ਜੂਨੀ ਹੈ। ਅਸਥਾਵਰ, ਜੜ ਜੂਨੀਆਂ, ਪੱਥਰ ਆਦਿਕ। ਬਹੁਬਿਦ ਜੂਨ ਭ੍ਰਮਿਓ ਅਤ ਭਾਰੀ, ਬਹੁਤ ਤਰ੍ਹਾਂ ਦੀਆਂ ਜੂਨਾਂ ਦੇ ਵਿੱਚ ਭਰਮ ਕੇ ਅਤਿਸ਼ੈ ਕਰਕੇ ਭਾਰੀ, ਬਹੁਤਾ ਇਹ ਥੱਕ ਜਾਂਦਾ ਹੈ। ਪਸ਼ੂ ਪੰਖੀ ਸੈਲ ਤਰਵਰ, ਗਣਤ ਕਛੂ ਨ ਆਵੇ, ਬੀਜ ਬੋਵਸ ਭੋਗ ਭੋਗਹਿ, ਕੀਆ ਆਪਣਾ ਪਾਵੇ। ਸਭ ਤੋਂ ਪਹਿਲਾਂ ਮਨੁੱਖ ਨੂੰ ਪੱਥਰ ਦੀ ਜੂਨ ਮਿਲਦੀ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ, ਪੱਥਰ ਅਨੇਕਾਂ ਯੁਗ ਇੱਕੋ ਥਾਂ 'ਤੇ ਪਏ ਰਹਿੰਦੇ ਨੇ। ਇਸ ਜੀਵ ਦੀ ਆਤਮਾ ਪੱਥਰਾਂ ਦੇ ਵਿੱਚ ਕਈ ਯੁੱਗਾਂ ਤੱਕ ਉੱਥੇ ਬੈਠੀ ਰਹਿੰਦੀ ਹੈ। ਦੂਸਰੇ ਨੰਬਰ 'ਤੇ ਬਨਸਪਤੀ ਦਾ ਜਗਤ ਆ ਜਾਂਦਾ, ਬਿਰਖ। ਤੀਸਰੇ ਨੰਬਰ 'ਤੇ ਪਸ਼ੂ ਪੰਛੀਆਂ ਦਾ ਜਗਤ ਆ ਜਾਂਦਾ। ਚੌਥੇ ਨੰਬਰ 'ਤੇ ਇਹ ਮਨੁੱਖੀ ਸੰਸਾਰ ਹੈ। ਇਹ ਜਿਹੜਾ ਮਨੁੱਖ ਹੈ ਨਾ, ਮਨੁੱਖ ਤਾਂ ਹੈ ਹੀ ਹੈ। ਫਿਰ ਇਸ ਮਾਇਆ ਦੇ ਮੋਹ ਦੇ ਕਾਰਨ ਪਸ਼ੂ ਪੰਛੀਆਂ ਦੀਆਂ ਜੂਨਾਂ ਭੋਗਦਾ ਹੈ। ਕਦੀ ਬਿਰਛ ਬਣਦਾ, ਕਦੀ ਜੜ ਪੱਥਰ ਬਣ ਜਾਂਦਾ ਹੈ,
ਬਹੁਤ ਤਰ੍ਹਾਂ ਦੇ ਨਾਲ ਜੂਨਾਂ ਦੇ ਵਿੱਚ ਭਰਮਦਿਆਂ ਹੋਇਆਂ ਅਤਸ਼ੈ ਕਰਕੇ ਭਾਰੀ ਦਾ ਅਰਥ ਹੈ ਤੇ ਇਹ ਬਹੁਤ ਥੱਕ ਜਾਂਦਾ ਹੈ। ਖਿਨ ਪਲ ਚਸਾ ਨਾਮ ਨਹੀਂ ਸਿਮਰਿਓ, ਦੀਨਾਨਾਥ ਪ੍ਰਾਨਪਤ ਸਾਰੀ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਅਨਵੇਂ ਕਰਕੇ ਅਰਥ ਲੱਗੇਗਾ ਉਹ ਵਾਹਿਗੁਰੂ ਦੀਨਾਨਾਥ ਜਿਹੜੇ ਆਜਜ਼ ਨਿਮਾਣੇ ਨੇ ਉਹਨਾਂ ਦਾ ਸੁਆਮੀ ਹੈ। ਦੀਨ ਦਾ ਅਰਥ ਮਹਾਂਪੁਰਖ ਕਰਦੇ ਸਨ ਜਿਹੜਾ ਮਨੁੱਖ ਇੱਛਾ ਤੇ ਪੈ ਦੇ ਸੰਯੁਕਤ ਹੋਵੇ। ਇੱਛਾ ਤੇ ਪੈ ਦੋਹਾਂ ਦਾ ਸੁਮੇਲ ਹੋਵੇ ਉਹਨੂੰ ਦੀਨ ਕਹਿੰਦੇ ਨੇ। ਜਿਵੇਂ ਕੋਈ ਭਿਖਾਰੀ ਹੁੰਦਾ ਹੈ ਉਹਦੇ ਮਨ ਦੇ ਵਿੱਚ ਇੱਛਾ ਵੀ ਹੁੰਦੀ ਹੈ ਮੈਨੂੰ ਕੁਛ ਮਿਲੇ, ਫਿਰ ਉਹ ਜਦੋਂ ਕਿਸੇ ਕੋਲ ਜਾ ਕੇ ਹੱਥ ਅੜਦਾ ਹੈ, ਝੋਲੀ ਅੜਦਾ ਹੈ, ਕੋਈ ਸਵਾਲ ਪਾਉਂਦਾ ਹੈ ਅਤੇ ਨਾਲ ਡਰ ਵੀ ਹੁੰਦਾ ਹੈ ਕਿਧਰੇ ਕੋਈ ਮੈਨੂੰ ਝਟਕਾ ਹੀ ਨਾ ਮਾਰ ਦੇਵੇ ਅਤੇ ਮੇਰੀ ਬੇਇੱਜ਼ਤੀ ਨਾ ਕਰ ਦੇਵੇ ਵੀ ਕੁਛ ਨਾ ਅਤੇ ਬੇਇੱਜ਼ਤੀ ਵਾਧੂ ਹੋ ਜਾਵੇ, ਉਹਨੂੰ ਦੀਨ ਕਹਿੰਦੇ ਨੇ। ਇੱਛਾ ਅਤੇ ਪੈ ਦੇ ਸੰਯੁਕਤ ਜਿਹੜਾ ਮਨੁੱਖ ਹੈ। ਪਰ ਵਾਹਿਗੁਰੂ ਉਹਨਾਂ ਦੀਨਾਂ ਨਿਮਾਣਿਆਂ ਦਾ ਨਾਥ ਸੁਆਮੀ ਹੈ, ਪ੍ਰਾਣਪਤ ਸਾਡੇ ਪ੍ਰਾਣਾਂ ਦਾ ਵੀ ਮਾਲਕ ਹੈ ਅਤੇ ਸਾਰੀ ਸ੍ਰਿਸ਼ਟੀ ਵੀ ਉਸ ਨੇ ਬਣਾਈ ਹੈ। ਖਿਨ ਪਲ ਚਸਾ ਨਾਮ ਨਹੀਂ ਸਿਮਰਿਓ, ਇੱਕ ਖਿਨ ਮਾਤਰ, ਪਲ ਮਾਤਰ, ਚਸਾ ਮਾਤਰ, ਇਹ ਸਾਰੇ ਸਮੇਂ ਦੇ ਨਾਮ ਨੇ। ਛੋਟੇ ਵੱਡੇ ਸਮੇਂ ਦੇ ਵਕਤ ਦੇ ਨਾਮ ਨੇ। ਕਦੀ ਖੇਨ, ਕਦੀ ਪਲ ਮਾਤਰ, ਕਦੀ ਚਸਾ ਮਾਤਰ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਇਸ ਨੇ ਚੇਤੇ ਨਹੀਂ ਕੀਤਾ। ਖਾਨ ਪਾਨ ਮੀਠ ਰਸ ਭੋਜਨ, ਅੰਤ ਕੀ ਬਾਰ ਹੋਤ ਕਤ ਖਾਰੀ। ਇਹ ਮਨੁੱਖ ਕਰਦਾ ਕੀ ਹੈ? ਖਾਨ ਪਾਨ ਦੇ ਵਿੱਚ ਕੁਝ ਭੋਜਨ ਛਕਣ ਵਾਲੇ ਨੇ, ਕੁਝ ਪਾਨ ਪੀਣ ਵਾਲੇ ਹੁੰਦੇ ਨੇ। ਜਿਹੜੇ ਮਿੱਠੇ ਰਸ ਨੇ ਅਤੇ ਅਨੇਕਾਂ ਪ੍ਰਕਾਰ ਦੇ ਭੋਜਨ ਨੇ, ਜੇ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਏ, ਇਹਨਾਂ ਨੂੰ ਖਾਂਦਾ ਰਹਿੰਦਾ। ਅੰਤ ਕੀ ਬਾਰ ਹੋਰ ਕਤ ਖਾਰੀ, ਜਦੋਂ ਅੰਤ ਦਾ ਸਮਾਂ ਆਉਂਦਾ ਹੈ, ਮੌਤ ਦਾ ਸੱਦਾ ਆ ਜਾਂਦਾ ਹੈ, ਉਸ ਵੇਲੇ ਇਹ ਸਾਰੇ ਹੀ ਜਿੰਨੇ ਮਿੱਠੇ ਰਸ ਨੇ, ਖਾਣ ਪੀਣ ਭੋਗਣ ਪਹਿਨਣ ਦੇ, ਉਹ ਸਾਰੇ ਹੀ ਖਾਰੇ ਹੋ ਜਾਂਦੇ ਨੇ, ਕੌੜੇ ਹੋ ਜਾਂਦੇ ਨੇ, ਨਿਰਾਸ਼ ਹੋ ਜਾਂਦੇ ਨੇ। ਇਹਨਾਂ ਦੇ ਵਿੱਚੋਂ ਕੋਈ ਰਸ ਨਹੀਂ ਪ੍ਰਾਪਤ ਹੁੰਦਾ। ਨਾਨਕ ਸੰਤ ਚਰਨ ਸੰਗ ਉਦਰੇ, ਹੋਰ ਮਾਇਆ ਮਗਨ ਚੱਲੇ ਸਭ ਡਾਰੀ। ਮੌਤ ਦੇ ਸਮੇਂ ਤਾਂ ਸਾਰੇ ਹੀ ਪਦਾਰਥ ਖਾਰੇ ਕੌੜੇ ਪ੍ਰਤੀਤ ਹੋਣ ਲੱਗ ਜਾਂਦੇ ਨੇ, ਪਰ ਜਦੋਂ ਆਦਮੀ ਬਿਰਧ ਹੋ ਜਾਂਦਾ ਹੈ ਉਸ ਵੇਲੇ ਦੰਦ ਜਵਾਬ ਦੇ ਦਿੰਦੇ ਨੇ। ਉਸ ਵੇਲੇ ਵੀ ਸਾਰੇ ਪਦਾਰਥ ਫਿਰ ਖਾਰੇ ਜਾਪਣ ਲੱਗ ਜਾਂਦੇ ਨੇ। ਜੇ ਕੋਈ ਨਾ ਮੁਰਾਦ ਬਿਮਾਰੀ ਲੱਗ ਜਾਂਦੀ ਹੈ, ਕਿਸੇ ਨੂੰ ਗਲ ਦਾ ਕੈਂਸਰ ਹੀ ਹੋ ਜਾਂਦਾ ਅਤੇ ਫਿਰ ਕੁਝ ਖਾ ਪੀ ਵੀ ਨਹੀਂ ਸਕਦਾ। ਬਿਮਾਰੀ ਦੀ ਹਾਲਤ ਵਿੱਚ ਵੀ ਜਿੰਨੇ ਖਾਣ ਪੀਣ ਵਾਲੇ ਮਿੱਠੇ ਰਸ ਦੇ ਭੋਜਨ ਬਣ ਜਾਂਦੇ ਨੇ। ਨਾਨਕ ਸੰਤ ਚਰਨ ਸੰਗ ਉਧਰੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਭੱਟ ਲੋਕੋ, ਜਿਹੜੇ ਗੁਰਸਿੱਖ ਮਾਈ ਭਾਈ ਸੰਤ ਚਰਨ, ਸੰਤਾਂ ਦੇ ਚਰਨ ਹੀ ਲੱਗ ਜਾਂਦੇ ਨੇ। ਸੰਤ ਕੌਣ ਨੇ? ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ। ਸੰਤ ਕੌਣ ਨੇ? ਸਮੇਂ ਅੰਤ ਪਰ ਹੋਏ ਸਹਾਈ ਤਾਂ ਤੇ ਸੰਖਿਆ ਸੰਤ ਬਤਾਈ। ਜਿਹੜੇ ਅੰਤ ਸਮੇਂ ਸਾਡੀ ਸਹਾਇਤਾ ਕਰਨ ਵਾਲੇ ਨੇ ਉਹ ਸੰਤ ਨੇ। ਸੰਤ ਕੌਣ ਨੇ? ਜਿਹੜੇ ਸਵਾਸ ਗ੍ਰਹਿ ਸਿਮਰਨ ਕਰਦੇ ਹਨ। ਉਹਨਾਂ ਮਹਾਂਪੁਰਖਾਂ ਦੇ ਉਧਰ ਜਾਈਦਾ। ਅਨੇਕਾਂ ਜੀਵ ਉਧਰੇ ਵੀ ਹਨ ਜਿਹੜੇ ਤਾਂ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਜੁੜ ਗਏ, ਉਹ ਸੰਸਾਰ ਸਮੁੰਦਰ ਤੋਂ ਚਲੇ ਸਭ ਡਾਰੀ। ਹੋਰ ਜਿੰਨੇ ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਰਹੇ, ਮਾਇਆ ਦੇ ਮਸਤ ਹੋਏ ਰਹੇ, ਚਲੇ ਸਭ ਡਾਰੀ। ਉਹ ਸਭ ਕੁਝ, ਡਾਰੀ ਦਾ ਅਰਥ ਹੈ ਛੱਡ ਛਡਾ ਕੇ ਇੱਥੋਂ ਜਾਂਦੇ ਹਨ। ਬ੍ਰਹਮਾਦਿਕ ਸ਼ਿਵ ਸੰਦ ਮੁਨੀਸਰ। ਗਰੀਬ ਨਿਵਾਜ ਸਤਿਗੁਰੂ ਜੀ ਹੁਣ 7ਵੇਂ ਸਵਈਏ ਦੇ ਵਿੱਚ ਕੌਣ ਕੌਣ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਉਸ ਦੇ ਨੇ ਉਹਦੇ ਬਾਰੇ ਚਾਨਣਾ ਪਾਉਂਦੇ ਹਨ। ਬ੍ਰਹਮਾਦਿਕ ਸ਼ਿਵ ਛੰਦ ਮੁਨੀਸਮਾ ਵਿਸ਼ਨੂੰ ਸ਼ਿਵ 3 ਪ੍ਰਮੁੱਖ ਦੇਵਤੇ ਨੇ।
ਤੇ ਸ਼ਿਵ ਜੀ ਦਾ ਨਾਮ ਆ ਹੀ ਗਿਆ ਹੈ। ਛੰਦ ਇੱਕ ਰਿਸ਼ੀ ਦਾ ਨਾਮ ਹੈ, ਛੰਦ ਇੱਕ ਉਪਨਿਸ਼ਦ ਦਾ ਵੀ ਨਾਮ ਹੈ। ਤੇ ਛੰਦ ਤੋਂ ਭਾਵ ਹੈ ਜਿਹੜੇ ਵੈਦਿਕ ਰਿਸ਼ੀ ਨੇ, ਮੁਨੀਸ਼ਵਰ, ਤੇ ਜਿਹੜੇ ਬੜੇ ਬੜੇ ਰਾਜ ਮੁਨੀ ਨੇ, ਯੋਗੀ ਰਾਜ ਨੇ, ਰਸ ਲੈ ਲੈ ਕੇ ਠਾਕੁਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਨ। ਇੰਦਰ ਮੁਨਿੰਦਰ ਖੋਜ ਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ। ਇੰਦਰ ਸਵਰਗ ਦਾ ਰਾਜਾ ਹੈ, ਮੁਨਿੰਦਰ ਜਿਹੜੇ ਹੋਰ ਵੱਡੇ ਵੱਡੇ ਮੁਨੀ ਨੇ, ਤੇ ਗੋਰਖਨਾਥ ਵਰਗੇ ਜਿਹੜੇ ਯੋਗੀ ਨੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਦੇ ਫਿਰਦੇ ਨੇ। ਕਪਲ ਮੁਨੀ ਵਰਗੇ ਮੁਨੀਆਂ ਦੇ ਰਾਜੇ, ਗੋਰਖਨਾਥ ਵਰਗੇ ਰਿੱਧੀਆਂ ਸਿੱਧੀਆਂ ਦੇ ਮਾਲਕ ਵਾਹਿਗੁਰੂ ਨੂੰ ਖੋਜਦੇ ਫਿਰਦੇ ਨੇ। ਤਾਰਨ ਗਗਨ ਆਵਤ ਫੁਨ ਧਾਵਤ, ਉਹ ਆਪਣੀ ਇੱਛਾ ਅਨੁਸਾਰ ਇਸ ਧਰਤੀ 'ਤੇ ਵੀ ਆ ਜਾਂਦੇ ਨੇ ਤੇ ਆਕਾਸ਼ ਦੇ ਵਿੱਚ ਵੀ ਦੌੜਦੇ ਫਿਰਦੇ ਨੇ। ਕਿਉਂ? ਉਹਨਾਂ ਵਿੱਚ ਸ਼ਕਤੀਆਂ ਨੇ, ਆਪਣੀ ਇੱਛਾ ਨੇ, ਤੇ ਆਕਾਸ਼ ਦੇ ਵਿੱਚ ਵੀ ਹਮੇਸ਼ਾ ਦੌੜਦੇ ਫਿਰਦੇ ਨੇ, ਉਡਾਰੀਆਂ ਲਾਉਂਦੇ ਨੇ। ਜਿਵੇਂ ਕਿ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ, ਇਹਨਾਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਵਾਕ ਚਰਚਾ ਵੀ ਕੀਤੀ, ਜਿਸ ਦਾ ਸਬੂਤ ਸਿੱਧ ਗੋਸ਼ਟ ਬਾਣੀ ਹੋਰ ਗੁਰਬਾਣੀ ਦੇ ਸ਼ਬਦ ਨੇ। ਫਿਰ ਉਹਨਾਂ ਨੇ ਕਰਾਮਾਤ ਦੇ ਪਰਚੇ ਵੀ ਲਾਏ, ਆਪਣੀਆਂ ਰਿੱਧੀਆਂ ਸਿੱਧੀਆਂ ਵੀ ਦਿਖਾਈਆਂ, ਤੇ ਉਹ ਕਈ ਰੂਪ ਬਦਲ ਕੇ ਤੇ ਆਕਾਸ਼ ਵਿੱਚ ਉੱਡਣ ਲੱਗ ਪਏ ਸਨ। ਤੇ ਗੁਰੂ ਨਾਨਕ ਸਾਹਿਬ ਦੀ ਕੌਂਸ ਨੇ ਸਾਰਿਆਂ ਦੀ ਅਕਲ ਟਿਕਾਣੇ ਲਿਆਂਦੀ ਤੇ ਸਭ ਨੂੰ ਮਾਰ ਮਾਰ ਕੇ ਹੇਠਾਂ ਗੁਰੂ ਮਹਾਰਾਜ ਦੇ ਚਰਨ ਹੀ ਲਿਆ ਪਾਇਆ ਸੀ। ਸੋ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੋਰਖਨਾਥ ਵਰਗੇ ਜਿਹੜੇ ਵੱਡੇ ਵੱਡੇ ਰਿਸ਼ੀ ਨੇ, ਜਿਹੜੇ ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ ਇਸ ਧਰਤੀ 'ਤੇ ਵੀ ਆ ਜਾਂਦੇ ਨੇ ਤੇ ਆਕਾਸ਼ ਦੇ ਵਿੱਚ ਵੀ ਉੱਡਦੇ ਨੇ, ਕਦੀ ਆਉਂਦੇ ਨੇ ਫੋਨ, ਕਦੀ ਉੱਧਰ ਜਾਂਦੇ ਨੇ। ਬਸ ਇਸੇ ਤਰ੍ਹਾਂ ਹੀ ਰੱਬ ਦੀ ਭਾਲ ਕਰਦੇ ਫਿਰਦੇ ਹਨ। ਸਿੱਧ ਮਨੁੱਖ ਦੇਵ ਅਰ ਦਾਨਵ, ਇਕ ਤਿਲ ਤਾਕੋ ਮਰਮ ਨਾ ਪਾਵਤ। ਜਿੰਨੇ ਸਿੱਧ 84 ਸਿੱਧ ਨੇ, ਸਿੱਧ ਤੋਂ ਪਾਵੇ ਸਮਰੱਥ ਪੁਰਸ਼, ਸ਼ਕਤੀਆਂ ਦੇ ਮਾਲਕ। ਮਨੁੱਖ ਜਿਹੜੇ ਸਾਧਾਰਨ ਮਨੁੱਖ ਇਨਸਾਨ ਨੇ, ਦੇਵ ਦੇਵਤੇ, ਅਰ ਦਾਨਵ ਅਤੇ ਦਾਨਵ ਦੈਂਤ ਰਾਖਸ਼, ਇਹ ਵੀ ਯਤਨ ਕਰਦੇ ਨੇ। ਇੱਕ ਤਿਲ ਤਾਕੋ ਮਰਮ ਨਾ ਪਾਵਤ, ਪਰ ਇੱਕ ਤਿਲ ਮਾਤਰ ਵੀ, ਰਤਾ ਭਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਰਮ ਦਾ ਅਰਥ ਹੈ ਭੇਤ, ਉਹਦਾ ਮਰਮ ਭੇਤ, ਉਹਦਾ ਰਹੱਸ ਨਹੀਂ ਪ੍ਰਾਪਤ ਕਰ ਸਕਦੇ। ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਕੈ ਦਰਸ ਸਮਾਵਤ। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਗਤ ਲੋਕ ਕਿਵੇਂ ਪ੍ਰਾਪਤ ਕਰਦੇ ਨੇ, ਹੁਣ ਉਹਨਾਂ ਦੇ ਬਾਰੇ ਦੱਸਦੇ ਆ। ਪਹਿਲਾਂ ਉਹਨਾਂ ਦੇਵੀ ਦੇਵਤਿਆਂ ਦਾ ਜ਼ਿਕਰ ਕੀਤਾ ਜਿਹੜੇ ਰੱਬ ਨੂੰ ਭਾਲਦੇ ਫਿਰਦੇ ਨੇ, ਪਰ ਉਹਨਾਂ ਨੂੰ ਰੱਬ ਮਿਲਿਆ ਨਹੀਂ। ਹੁਣ ਜਿਨ੍ਹਾਂ ਨੂੰ ਮਿਲਿਆ ਹੋਇਆ ਉਹਨਾਂ ਦੀ ਗੱਲ ਕਰਦੇ ਨੇ। ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਪ੍ਰੇ ਪ੍ਰਭ ਪ੍ਰੀਤ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਦੀ ਵਾਹਿਗੁਰੂ ਦੇ ਨਾਲ ਪ੍ਰੀਤ ਹੈ, ਪ੍ਰੇਮ ਰਸ ਭਗਤੀ, ਤੇ ਪ੍ਰੇਮਾ ਭਗਤੀ ਦੇ ਰਸ ਦੇ ਵਿੱਚ ਮਗਨ ਰਹਿੰਦੇ ਨੇ। ਹਰ ਜਨ ਤਾਕੈ ਦਰ ਸਮਾਵਤ, ਜਿਹੜੇ ਐਸੇ ਵਾਹਿਗੁਰੂ ਦੇ ਜਨ ਦਾਸ ਨੇ, ਉਸ ਵਾਹਿਗੁਰੂ ਦੇ ਦਰਸ਼ਨ ਕਰਦੇ ਨੇ, ਤੇ ਫਿਰ ਉਹ ਦਰਸ਼ਨ ਕਰਕੇ ਦਰਸ਼ਨਾਂ ਦੇ ਵਿੱਚ ਹੀ ਸਮਾਵਤ ਆਪਣੀ ਸੁਰਤ ਨੂੰ ਲੀਨ ਕਰ ਲੈਂਦੇ ਨੇ। ਇਹ ਕਹਿ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਜਿਵੇਂ ਸ਼ਮਾ ਦਾ ਪਰਵਾਨਾ ਸ਼ਮਾ ਤੋਂ ਜਾਨ ਕੁਰਬਾਨ ਕਰ ਦਿੰਦਾ ਹੈ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਦੋਂ ਉਹਨਾਂ ਨੂੰ ਉਸ ਵਾਹਿਗੁਰੂ ਦੇ ਸਰਗੁਣ ਜਾਂ ਨਿਰਗੁਣ ਸਰੂਪ ਦੇ ਵਿੱਚ ਦਰਸ਼ਨ ਦੀਦਾਰੇ ਹੁੰਦੇ ਨੇ, ਉਹ ਵੀ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਤਿਸ ਹੈ ਤਿਆਗ ਆਨ ਕੋ ਜਾਚ ਹੈ, ਮੁਖ ਦੰਤ ਰਸਨ ਸਗਲ ਕਸ ਜਾਵਤ। ਲੋ ਜਿਹੜੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਆਨ ਕੋ ਜਾਚੇ, ਹੋਰ ਦੇਵੀ ਦੇਵਤਿਆਂ ਕੋਲੋਂ ਜਾ ਕੇ ਮੰਗਦੇ ਨੇ, ਪੀਰਾਂ ਫਕੀਰਾਂ ਦੇ ਕੋਲੋਂ, ਦੰਬੀਆਂ ਪਖੰਡੀਆਂ ਦੇ ਕੋਲੋਂ, ਪੀਰਾਂ ਫਕੀਰਾਂ ਦੇ ਕੋਲੋਂ, ਬੜੀਆਂ ਮਸਾਣੀਆਂ ਦੇ ਕੋਲੋਂ ਜਾ ਕੇ ਮੰਗਦੇ ਨੇ,
ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਮੁੱਖ ਦੰਤ ਰਸਨ ਸਗਲ ਕਸ ਜਾਵਤ। ਉਹਨਾਂ ਦਾ ਮੂੰਹ ਵੀ, ਮੂੰਹ ਦੇ ਦੰਦ ਵੀ, ਅਤੇ ਨਾਲ ਜਿਹੜੀ ਮੁੱਖ ਵਿੱਚ ਰਸਨਾ ਜ਼ੁਬਾਨ ਹੈ, ਇਹ ਸਾਰੇ ਹੀ ਉਹਨਾਂ ਦੇ ਕੱਸ ਜਾਂਦੇ ਨੇ, ਪਰ ਮਿਲਦਾ ਕੁਛ ਨਹੀਂ। ਇਹਦਾ ਮਤਲਬ ਇਹ ਹੈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਜੇ ਮੰਗਣਾ ਤੇ ਵਾਹਿਗੁਰੂ ਕੋਲੋਂ ਮੰਗੋ, ਹੋਰ ਨਾ ਕਿਸੇ ਮੂਹਰੇ ਹੱਥ ਅੱਡੋ। ਜੇ ਕਰ ਹੁੰਦਾ ਮੰਗਣ ਜਾਈਏ, ਫਿਰ ਉਹ ਉਲਾਮਾ ਮਿਲੈ ਤਹੀਂ। ਜੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਹੋਣ, ਅਸੀਂ ਲੋਕਾਂ ਦੇ ਘਰੋਂ ਮੰਗਣ ਵਾਸਤੇ ਤੁਰ ਪਈਏ, ਜਿਵੇਂ ਕਈ ਨਲਾਇਕ, ਕੋਈ ਨਸ਼ੇੜੀ ਆਦਮੀ ਆਪਣੇ ਪਿਓ ਨੂੰ ਛੱਡ ਕੇ ਹੋਰਾਂ ਕੋਲੋਂ ਜਾ ਕੇ ਮਾਇਆ ਮੰਗਣ ਲੱਗ ਜਾਂਦੇ ਨੇ, ਫਿਰ ਉੱਥੇ ਜਾ ਕੇ ਉਲਾਮੇ ਮਿਲਦੇ ਨੇ ਨਾ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਜਾ ਕੇ ਮੰਗਦੇ ਨੇ, ਉਹਨਾਂ ਦਾ ਮੂੰਹ ਵੀ, ਮੂੰਹ ਦੇ ਦੰਦ ਵੀ, ਉਹਨਾਂ ਦੀ ਜ਼ੁਬਾਨ ਵੀ ਸਾਰੇ ਘਸ ਜਾਂਦੇ ਹਨ, ਮਿਲਦਾ ਕੁਛ ਵੀ ਨਹੀਂ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਆਪਣੇ ਮਨ ਨੂੰ ਸਮਝਾਓ, ਐ ਮੂਰਖ ਮਨਾ, ਸਿਮਰ ਸੁਖ ਦਾਤਾ। ਉਹ ਵਾਹਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ, ਉਹਨੂੰ ਸਿਮਰ। ਨਾਨਕ ਦਾਸ ਤੁਝੈ ਸਮਝਾਵਤ, ਵੀ ਇਹ ਦਾਸ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸ ਹਾਂ ਪਰਮੇਸ਼ਰ ਦਾ ਅਤੇ ਮੈਂ ਤੈਨੂੰ ਸਮਝਾ ਰਿਹਾ। ਇਸ ਵਿਗੜੇ ਮਨ ਨੂੰ ਗੁਰੂ ਮਹਾਰਾਜ ਨੇ ਸਮਝਾਇਆ, ਜਿਹੜਾ ਗੁਰੂ ਪਰਮੇਸ਼ਰ ਅਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ, ਪਖੰਡੀਆਂ, ਪੀਰਾਂ ਫਕੀਰਾਂ, ਮੜੀਆਂ ਮਸਾਣੀਆਂ ਤੇ ਮੰਗਦਾ ਫਿਰਦਾ ਹੈ। ਮਾਇਆ ਰੰਗ ਬਿਰੰਗ ਕਰਤ ਭ੍ਰਮ, ਮੋਹ ਕੈ ਕੂਪ ਗੁਬਾਰ ਭਰਿਓ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਿਰ ਅੱਗੇ ਮਾਇਆ ਦੇ ਪ੍ਰਭਾਵ ਬਾਰੇ ਦਰਸਾਉਣ ਲੱਗੇ ਨੇ। ਇਹ ਭੱਟ ਲੋਕੋ, ਇਹ ਜਿਹੜਾ ਮਨੁੱਖ ਹੈ, ਮੋਹ ਕੈ ਕੂਪ ਗੁਬਾਰ ਭਰਿਓ ਹੈ। ਮਾਇਆ ਦੇ ਮੋਹ ਦੇ ਗੁਬਾਰ ਦਾ ਅਰਥ ਹੈ ਅੰਨੇ ਖੂਹ ਦੇ ਵਿੱਚ, ਕੁੱਪ ਹਨੇਰੇ ਵਾਲੇ ਖੂਹ ਦੇ ਵਿੱਚ ਡਿੱਗਿਆ ਪਿਆ ਹੈ। ਪਰ ਇਸ ਨੂੰ ਇਹ ਨਹੀਂ ਪਤਾ ਮਾਇਆ ਰੰਗ ਬਰੰਗ ਕਰਤ ਭ੍ਰਮ। ਇਹ ਮਾਇਆ ਭਰਮ ਦੇ ਵਿੱਚ ਪਾ ਕੇ ਮਨੁੱਖ ਨੂੰ ਰੰਗ ਬਿਰੰਗ ਕਰਤ, ਰੰਗ ਦੇ ਵਿੱਚ ਭੰਗ ਪਾ ਕੇ ਬੇਰਸੀ ਕਰਵਾ ਦਿੰਦੀ ਹੈ। ਇਸ ਮਾਇਆ ਦਾ ਸੁਭਾਵ ਹੈ, ਇਹ ਰੰਗ ਦੇ ਵਿੱਚ ਬਿਰੰਗ ਭੰਗ ਪਾਉਂਦੀ ਹੈ। ਅਤੇ ਪਰ ਇਹ ਜਿਹੜਾ ਜੀਵ ਹੈ, ਉਸ ਮਾਇਆ ਦੇ ਮੋਹ ਦੇ ਕੁੱਪ ਹਨੇਰੇ ਦੇ ਵਿੱਚ, ਹਨੇਰੇ ਖੂਹ ਦੇ ਵਿੱਚ ਡਿੱਗਿਆ ਹੋਇਆ ਹੈ। ਅਥਵਾ ਮਾਇਆ ਰੰਗ ਬਿਰੰਗ ਕਰਤ ਭ੍ਰਮ, ਇਹ ਜਿਹੜੇ ਮਾਇਆ ਦੇ ਰੰਗ ਨੇ ਅਤੇ ਬਿਰੰਗ ਉਪ ਰੰਗ ਨੇ, ਜਿਵੇਂ ਕਹਿੰਦੇ ਰੰਗ ਬਿਰੰਗੇ ਰੰਗ ਨੇ। ਇਸ ਮਾਇਆ ਦੇ ਬੜੇ ਰੰਗ ਬਿਰੰਗੇ ਰੰਗ ਨੇ। ਇਸ ਮਨੁੱਖ ਨੂੰ ਭਰਮ ਦੇ ਵਿੱਚ ਪਾ ਕੇ ਖੱਜਲ ਖੁਆਰ ਕਰਦੇ ਨੇ। ਪਰ ਇਹ ਜਿਹੜਾ ਮਨੁੱਖ ਇਸ ਮਾਇਆ ਦੀ ਠੱਗੀ ਨੂੰ, ਛਲ ਨੂੰ ਸਮਝਦਾ ਨਹੀਂ ਹੈ। ਮੋਹ ਕੈ ਕੂਪ ਗੁਬਾਰ ਭਰਿਓ ਹੈ। ਇਸ ਮਾਇਆ ਦੇ ਕੁੱਪ ਹਨੇਰੇ ਖੂਹ ਦੇ ਵਿੱਚ ਡਿੱਗਿਆ ਪਿਆ ਹੈ। ਏਤਾ ਗਬ ਆਕਾਸ ਨਾ ਮਾਵਤ, ਬਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਮਨੁੱਖ ਆਪਣੇ ਸਰੀਰ ਦਾ, ਦੇਹ ਦਾ ਇੰਨਾ ਅਪਮਾਨ ਕਰਦਾ ਹੈ, ਆਪਣੇ ਸਰੀਰ ਦਾ ਇੰਨਾ ਹੰਕਾਰ ਕਰਦਾ ਹੈ। ਗੱਬ ਤੋਂ ਪਾਵੇ ਗਰਭ ਹੰਕਾਰ, ਆਕਾਸ਼ ਨਾ ਮਾਵਤ, ਇਹ ਆਕਾਸ਼ ਵਿੱਚ ਵੀ ਨਹੀਂ ਮਿਆਉਂਦਾ। ਇਹਦਾ ਮਤਲਬ ਇਹ ਹੈ, ਜਦੋਂ ਮਨੁੱਖ ਦਾ ਹੰਕਾਰ ਜ਼ਿਆਦਾ ਵੱਧ ਜਾਂਦਾ ਹੈ, ਫਿਰ ਇਹਦਾ ਜ਼ਮੀਨ 'ਤੇ ਵੀ ਪੈਰ ਨਹੀਂ ਲੱਗਦਾ ਅਤੇ ਆਕਾਸ਼ ਦੇ ਵਿੱਚ ਵੀ ਨਹੀਂ ਸਮਾਉਂਦਾ। ਮਨੁੱਖ ਦੇ ਸਰੀਰ ਵਿੱਚ ਹੈ ਕਿ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ। ਸਾਡੇ ਸਰੀਰ ਦੇ ਵਿੱਚ ਬਿਸ਼ਟਾ ਗੰਦਗੀ ਹੈ, ਮਲ ਮੂਤਰ ਹੈ। ਅਸਤ ਹੱਡ ਨੇ ਅਤੇ ਕਿਰਮ ਦਾ ਅਰਥ ਹੈ ਸਾਡੇ ਪੇਟ ਵਿੱਚ ਕੀੜੇ ਭਰੇ ਹੋਏ ਨੇ। ਇਸ ਤੋਂ ਇਲਾਵਾ ਸਾਡੇ ਸਰੀਰ ਵਿੱਚ ਹੋਰ ਹੈ ਵੀ ਕੀ ਹੈ? ਗੰਦਗੀ, ਹੱਡ, ਕੀੜੇ ਹੀ ਸਾਡੇ ਪੇਟ ਵਿੱਚ ਭਰੇ ਹੋਏ ਨੇ। ਇਹਦਾ ਅਸੀਂ ਹੰਕਾਰ ਕਰ ਰਹੇ ਹਾਂ। ਦਹਿ ਦਿਸ ਧਾਏ ਮਹਾ ਬਿਖਿਆ ਕੋ, ਪਰ ਤਨ ਸ਼ੀਨ ਅਗਿਆਨ ਹਰਿਓ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮਨੁੱਖ ਦਹਿ ਦਿਸ ਧਾਏ ਮਹਾ ਬਿਖਿਆ ਕੋ, ਇਹ ਜਿਹੜੀ ਬੜੀ ਖਤਰਨਾਕ ਜ਼ਹਿਰ ਹੈ ਮਾਇਆ, ਇਹਦੇ ਲਈ 10 ਦਿਸ਼ਾ ਦੇ ਵਿੱਚ ਦੌੜੇ ਫਿਰਦੇ ਨੇ। ਹੁਣ ਜਿੰਨੇ ਲੋਕ ਨੇ ਮਾਇਆ ਦੇ ਪਿੱਛੇ
ਕਿਹੜੇ ਕਿਹੜੇ ਪਾਸੇ ਦੌੜੇ ਫਿਰਦੇ ਨੇ। ਦਸੋ ਦਿਸ਼ਾ, 4 ਮੁੱਖ ਦਿਸ਼ਾ, ਉੱਤਰ, ਦੱਖਣ, ਪੂਰਬ ਤੇ ਪੱਛਮ, ਤੇ 4 ਉਪ ਦਿਸ਼ਾ, ਤੇ 2 ਦਿਸ਼ਾ ਧਰਤੀ ਤੇ ਅਸਮਾਨ ਦੀਆਂ ਮੰਨੀਆਂ ਨੇ। ਕਈ ਵਾਰੀ ਆਦਮੀ ਜਹਾਜ਼ਾਂ ਤੇ ਉੱਡ ਉੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦਾ ਹੈ, ਆਕਾਸ਼ ਦੇ ਵਿੱਚ। ਕਈ ਵਾਰੀ ਹੇਠੋਂ ਖਾਣਾ ਲੱਭਦਾ ਫਿਰਦਾ ਹੈ। ਦਸੋ ਦਿਸ਼ਾ ਦੇ ਵਿੱਚ ਇਹ ਜਿਹੜੀ ਬੜੀ ਖਤਰਨਾਕ ਮਾਇਆ ਹੈ, ਇਹਦੀ ਪ੍ਰਾਪਤੀ ਲਈ ਦਸੋ ਦਿਸ਼ਾ ਵਿੱਚ ਮਨੁੱਖ ਦੌੜਦਾ ਹੈ। ਪਰ ਧਨਸ਼ੀਨ ਪ੍ਰਾਏ ਤੁਹਾਨੂੰ ਸ਼ੀਨਦਾਰ ਖੋਹਦਾ ਫਿਰਦਾ ਹੈ। ਅਗਿਆਨ ਹਰਿਓ ਹੈ ਤੇ ਇਸ ਨੂੰ ਅਗਿਆਨ ਨੇ ਠੱਗ ਲਿਆ ਹੈ। ਮਨੁੱਖ ਤੇ ਇਹ ਸੋਚਦਾ ਹੈ ਨਾ, ਜਦੋਂ ਕਿਸੇ ਨਾਲ ਧੋਖਾ ਕਰਦਾ ਹੈ, ਕਿਸੇ ਨਾਲ ਠੱਗੀ ਮਾਰਦਾ ਹੈ, ਕਿਸੇ ਦਾ ਧਨ ਖੋਹਦਾ ਵੀ ਮੈਂ ਇਹਦੇ ਨਾਲ ਠੱਗੀ ਮਾਰੀ ਹੈ। ਪਰ ਇਸ ਮੂਰਖ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰ ਲਿਆ। ਮੈਂ ਦੂਜੇ ਨੂੰ ਨਹੀਂ ਠੱਗਦਾ, ਤੂੰ ਆਪਣੇ ਨਾਲ ਠੱਗੀ ਮਾਰ ਰਿਹਾ। ਤੈਨੂੰ ਤਾਂ ਪਤਾ ਹੀ ਆ ਨਾ, ਮਾੜਾ ਕੰਮ ਹੈ ਚੋਰੀ ਕਰਨੀ, ਠੱਗੀ ਮਾਰਨੀ, ਕਿਸੇ ਦਾ ਹੱਕ ਖੋਹਣਾ, ਕਿਸੇ ਦਾ ਧਨ ਖੋਹਣਾ। ਤੈਨੂੰ ਅਗਿਆਨ ਨੇ ਠੱਗਿਆ ਹੋਇਆ, ਤੂੰ ਅੱਗੇ ਹੋਰ ਮਾਇਆ ਠੱਗਦਾ ਫਿਰਦਾ ਹਾਂ। ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮਦੂਤਨ ਡਨ ਮਿਰਤ ਮਰਿਓ ਹੈ। ਜੋਬਨ ਵੀ ਤੇਰੀ ਜਵਾਨੀ ਤੇ ਗੁਜ਼ਰ ਗਈ ਹੈ। ਜਰਾ ਰੋਗ ਗ੍ਰਸਿਓ, ਜਰਾ ਬੁਢੇਪੇ ਦੇ ਰੋਗ ਨੇ ਆ ਕੇ ਗ੍ਰਸ ਲਿਆ, ਅਥਵਾ ਬੁਢੇਪੇ ਨੇ ਆ ਕੇ ਗ੍ਰਸ ਲਿਆ, ਜਿਸ ਦੇ ਵਿੱਚ ਅਨੇਕਾਂ ਰੋਗ ਬਿਮਾਰੀਆਂ ਆ ਕੇ ਚਿੰਬੜ ਜਾਂਦੀਆਂ ਨੇ। ਬੁਢੇਪੇ ਵਿੱਚ ਹੀ ਜ਼ਿਆਦਾ ਬਿਮਾਰੀਆਂ ਲੱਗਦੀਆਂ। ਡਾਕਟਰ ਵੀ ਕਹਿੰਦੇ ਨੇ 40 ਸਾਲ ਤੋਂ ਜਾ ਕੇ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ। ਜਵਾਨੀ ਤੇਰੀ ਬੀਤ ਗਈ ਹੈ, ਹੁਣ ਬੁਢੇਪੇ ਦੇ ਰੋਗ ਨੇ ਆ ਕੇ ਤੈਨੂੰ ਗ੍ਰਸ ਲਿਆ। ਜਮਦੂਤਾਂ ਡਨ ਮਿਰਤ ਮਰਿਓ ਹੈ। ਫਿਰ ਇਹੋ ਜਿਹੀ ਮੌਤ ਮਰਿਆ, ਅੱਗੇ ਜਾ ਕੇ ਜਮਦੂਤਾਂ ਦਾ ਡੰਨ ਵੀ ਸਹਾਰਨਾ ਪਿਆ। ਜਵਾਨੀ ਵੀ ਗਵਾ ਲਈ, ਬੁਢੇਪਾ ਵੀ ਬੀਤ ਗਿਆ, ਫਿਰ ਇਹੋ ਜਿਹੀ ਮੌਤ ਮਰਿਆ ਤੇ ਜਾ ਕੇ ਜਮਦੂਤਾਂ ਦਾ ਡੰਨ ਸਹਾਰਨਾ ਕੀਤਾ। ਅਨਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੁਖ ਗਰਤ ਗਰਿਓ ਹੈ। ਲੋ ਅੱਗੇ ਜਾ ਕੇ ਜਮਾਂ ਦੀਆਂ ਕਿਵੇਂ ਸਜ਼ਾਵਾਂ ਸਹਾਰੀਆਂ। ਅਨਕ ਜੋਨ ਸੰਕਟ, ਅਨੇਕਾਂ ਜੂਨੀਆਂ ਦੇ ਵਿੱਚ ਜਾ ਕੇ ਦੁੱਖ ਭੋਗੇ। ਅਨੇਕਾਂ ਜੂਨੀਆਂ ਦੇ ਦੁੱਖ ਕਿਵੇਂ ਨੇ? ਥੋੜ੍ਹਾ ਜਿਹਾ ਜਦੋਂ ਆਪਾਂ ਗਹੁ ਦੇ ਨਾਲ ਵੇਖਦੇ ਹਾਂ, ਜਿੰਨਾ ਮਨੁੱਖ ਨੂੰ ਵਾਹਿਗੁਰੂ ਨੇ ਸੁੱਖ ਦਿੱਤਾ ਹੈ, ਹੋਰ ਕਿਸੇ ਜੀਵ ਨੂੰ ਓਨਾ ਸੁੱਖ ਨਹੀਂ ਹੈ। ਝੱਖੜ ਝੁੱਲਦੇ ਨੇ, ਗਰਮੀ ਸਰਦੀ ਦਾ ਮੌਸਮ ਆਉਂਦਾ ਜਾਂਦਾ ਰਹਿੰਦਾ ਹੈ। ਹੋਰ ਜਿਹੜੇ ਪਸ਼ੂ ਪੰਛੀ ਨੇ, ਉਹ ਕਿੰਨਾ ਔਖਾ ਸਮਾਂ ਗੁਜ਼ਾਰਦੇ ਨੇ। ਨਾ ਕੁਛ ਖਾਣ ਲਈ, ਨਾ ਪਹਿਨਣ ਲਈ, ਨਾ ਰਹਿਣ ਲਈ ਉਹਨਾਂ ਨੂੰ ਕੋਈ ਬਹੁਤਾ ਖਾਸ ਸੁੱਖ ਪ੍ਰਾਪਤ ਹੁੰਦਾ ਹੈ। ਅਨੇਕਾਂ ਜੂਨਾਂ ਦੇ ਦੁੱਖ ਸਹਾਰਦਾ ਹੈ ਤੇ ਨਰਕ ਪੁੰਚਤ, ਨਰਕਾਂ ਦੇ ਵੀ ਦੁੱਖ ਸਹਾਰਦਾ ਹੈ। ਸਾਸਨ ਦੂ ਗਰਤ ਕਰਿਓ ਹੈ, ਸਾਸਨ ਜਮਾਂ ਦੀਆਂ ਸਜ਼ਾਵਾਂ ਨੂੰ ਸਹਾਰਦਾ ਹੈ ਤੇ ਦੁੱਖਾਂ ਦਾ ਗਰਤ ਟੋਆ ਕੀ ਹੈ? ਨਰਕ। ਤੇ ਨਰਕ ਵਿੱਚ ਪੈ ਕੇ ਗਰਿਓ ਹੈ ਤੇ ਗਲ ਸੜ ਜਾਂਦਾ ਹੈ। ਭਾਵ ਜਿਹੜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ ਤੇ ਮਾਇਆ ਦੇ ਰੰਗਾਂ ਵਿੱਚ ਹੀ ਮਸਤ ਰਹਿੰਦੇ ਨੇ, ਉਹਨਾਂ ਨੂੰ ਫਿਰ ਆਹ ਸਜ਼ਾਵਾਂ ਮਿਲਦੀਆਂ ਨੇ। ਅਨੇਕਾਂ ਜੂਨੀਆਂ, ਨਰਕਾਂ ਦੇ ਦੁੱਖ, ਜਮਾਂ ਦੀਆਂ ਸਜ਼ਾਵਾਂ ਤੇ ਨਾਲ ਦੁੱਖਾਂ ਦੇ ਟੋਏ ਵਿੱਚ ਜਾ ਕੇ ਉਹਨਾਂ ਨੂੰ ਗਲਣਾ ਸੜਨਾ ਪੈਂਦਾ ਹੈ। ਪ੍ਰੇਮ ਭਗਤ ਉਦਰ ਹੈ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਫਿਰ ਮਹਾਰਾਜ ਕਿਸੇ ਦਾ ਬਚਾਅ ਵੀ ਹੋ ਸਕਦਾ ਹੈ। ਹਜੂਰ ਕਹਿੰਦੇ ਭਾਈ ਹਾਂ ਹੋ ਜਾਂਦਾ। ਕਰ ਕਿਰਪਾ ਸੰਤ ਆਪ ਕਰਿਓ ਹੈ, ਜਿਸ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪ ਸੰਤ ਬਣਾ ਦਿੱਤਾ ਹੈ। ਸੰਤੋ ਭਾਵ ਹੈ ਸਿਮਰਨ ਬੰਦਗੀ ਵਾਲਾ, ਜਿਸ ਨੂੰ ਬਣਾ ਦਿੱਤਾ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹਨੂੰ ਇਹੋ ਜਿਹਾ ਸੰਤ ਬਣਾ ਦਿੱਤਾ ਵਾਹਿਗੁਰੂ ਨੇ ਕਿਰਪਾ ਕਰਕੇ। ਮੈਂ ਇਹ ਵੀ ਬੇਨਤੀ ਕਰਾਂ, ਸੰਤ ਵੀ ਆਪਣੇ ਆਪ ਨਹੀਂ ਬਣਿਆ ਜਾਂਦਾ। ਵਾਹਿਗੁਰੂ ਕਿਰਪਾ ਕਰੇ, ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ਿਸ਼ ਕਰੇ ਤਾਂ ਸੰਤ ਬਣਿਆ ਜਾਂਦਾ। ਸੁਖਮਨੀ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ।
ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ, ਉਹਦਾ ਖੈ ਮੰਤਰ, ਵਾਹਿਗੁਰੂ ਮੰਤਰ, ਮੂਲ ਮੰਤਰ ਪ੍ਰਾਪਤ ਹੋ ਜਾਂਦਾ, ਫਿਰ ਮਨੁੱਖ ਉਸ ਦੀ ਕਮਾਈ ਕਰਦੇ। ਸਾ ਸਾ ਸਿਮਰੋ ਗੋਬਿੰਦ, ਊਠਤ ਬੈਠਤ ਸੋਵਤ ਨਾਮ, ਅਤੇ ਫਿਰ ਉਹ ਸੰਤ ਪਦਵੀ ਪ੍ਰਾਪਤ ਹੁੰਦੀ ਹੈ। ਹਾਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਕਿਰਪਾ ਕਰਕੇ ਕਿਸੇ ਨੂੰ ਆਪ ਸੰਤ ਬਣਾ ਦਿੰਦਾ ਹੈ, ਪ੍ਰੇਮ ਭਗਤ ਉਧਰ ਐਸੇ ਨਾਨਕ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਪ੍ਰੇਮਾ ਭਗਤੀ ਕਰਕੇ ਭਵ ਸਾਗਰ ਤੋਂ ਤਰ ਜਾਂਦੇ ਹਨ। ਗੁਣ ਸਮੂਹ ਫਲ ਸਗਲ ਮਨੋਰਥ, ਪੂਰਨ ਹੋਈ ਆਸ ਹਮਾਰੀ। ਲੋਕ ਗਰੀਬ ਨਿਵਾਜ ਸਤਿਗੁਰੂ ਜੀ ਹੁਣ ਨਾਮ ਦੀ ਮਹਿਮਾ ਉਚਾਰਨ ਕਰਦੇ ਨੇ। ਵਾਹਿਗੁਰੂ ਦਾ ਨਾਮ ਜਪ ਕੇ ਗੁਣ ਸਮੂਹ ਗੁਣ ਪ੍ਰਾਪਤ ਹੋ ਜਾਂਦੇ ਨੇ, ਅਤੇ ਫਲ ਸਾਰੇ ਫਲ ਵੀ ਪ੍ਰਾਪਤ ਹੋ ਜਾਂਦੇ ਨੇ। ਮਨੋਰਥ ਸਾਰੇ ਮਨ ਦੇ ਸੰਕਲਪ, ਮਨ ਦੇ ਫੁਰਨੇ ਵੀ ਪੂਰੇ ਹੋ ਜਾਂਦੇ ਨੇ। ਪੂਰਨ ਹੋਈ ਆਸ ਹਮਾਰੀ, ਤੇ ਸਾਡੇ ਮਨ ਦੀ ਇੱਛਾ ਵੀ ਪੂਰੀ ਹੋ ਗਈ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨ। ਕੋਈ ਵੀ ਇੱਛਾ ਲੈ ਕੇ ਕੋਈ ਵਾਹਿਗੁਰੂ ਦਾ ਨਾਮ ਜਪਦਾ ਹੈ, ਤੇ ਸਤਿਗੁਰੂ ਕਹਿੰਦੇ ਨੇ ਉਹਦੀ ਹਰ ਇੱਛਾ ਵੀ ਪੂਰੀ ਹੋ ਜਾਂਦੀ ਹੈ। ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਲੋ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹ ਔਖਦ ਸਾਰੇ ਰੋਗਾਂ ਨੂੰ ਨਾਸ਼ ਕਰਨ ਵਾਲੀ ਔਸ਼ਧੀ ਹੈ। ਸਰਬ ਰੋਗ ਕਾ ਔਖਦ ਨਾਮ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਇਹ ਨਾਮ ਦਾਰੂ ਹੈ, ਨਾਮ ਹੀ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਜਿਹੜਾ ਹਉਮੈ ਦੇ ਰੋਗ ਨੂੰ ਵੀ ਨਾਸ਼ ਕਰ ਦਿੰਦਾ। ਤੰਤਰ, ਇਹ ਨਾਮ ਹੀ ਤੰਤਰ ਤਬੀਤ ਹੈ, ਜਿਹੜਾ ਸਾਰੇ ਦੁੱਖ ਦੁਸ਼ਮਣਾਂ ਤੋਂ ਸਾਡੀ ਰੱਖਿਆ ਕਰਦਾ ਹੈ। ਪਰ ਦੁੱਖ ਹਰ, ਇਹ ਨਾਮ ਹੀ ਪਰ ਵਿਸ਼ੇਸ਼ ਕਰਕੇ ਸਾਰੇ ਦੁੱਖਾਂ ਨੂੰ ਨਾਸ਼ ਕਰਦਾ। ਇਹ ਨਾਮ ਦੀ ਮਹਿਮਾ ਹੋ ਰਹੀ ਹੈ। ਨਾਮ ਹੀ ਸਾਰੇ ਰੋਗਾਂ ਦੀ ਦਾਰੂ ਹੈ। ਨਾਮ ਹੀ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ, ਅਤੇ ਨਾਮ ਹੀ ਸਾਰੇ ਤੰਤਰਾਂ ਦਾ ਸ਼੍ਰੋਮਣੀ ਤੰਤਰ ਹੈ, ਜਿਹੜਾ ਪਰ ਵਿਸ਼ੇਸ਼ ਕਰਕੇ ਸਾਰੇ ਦੁੱਖਾਂ ਨੂੰ ਨਾਸ਼ ਕਰਦਾ ਹੈ। ਸਰਬ ਰੋਗ ਖੰਡਨ ਗੁਣਕਾਰੀ, ਫਿਰ ਸਾਰੇ ਰੋਗਾਂ ਨੂੰ ਖੰਡਨ ਨਾਸ਼ ਕਰਨ ਵਾਲਾ ਹੈ, ਅਤੇ ਗੁਣਕਾਰੀ, ਅਤੇ ਸਾਡੇ ਜੀਵਨ ਦੇ ਲਈ ਬਹੁਤ ਲਾਭਕਾਰੀ ਹੈ। ਗੁਣਕਾਰੀ ਤੋਂ ਭਾਵ ਲਾਭਕਾਰੀ। ਹੁਣ ਆਮ ਤੌਰ 'ਤੇ ਜਿਵੇਂ ਕਈ ਸਿਆਣੇ ਡਾਕਟਰ ਕਹਿ ਦਿੰਦੇ ਨੇ ਬਈ ਤੁਸੀਂ ਆਹ ਦਵਾਈ ਵਰਤ ਲਵੋ, ਜਿਵੇਂ ਚਵਨਪ੍ਰਾਸ਼ ਹੈ, ਹੋਰ ਕਈ ਦਵਾਈਆਂ ਹੁੰਦੀਆਂ ਨੇ ਵੀ ਤੁਸੀਂ ਇਹਨੂੰ ਵਰਤੀ ਚਲੋ, ਇਹ ਲਾਭਕਾਰੀ ਨੇ, ਇਹ ਤੁਹਾਡੀ ਤੰਦਰੁਸਤੀ ਨੂੰ ਕਾਇਮ ਰੱਖਦੀਆਂ ਨੇ। ਇਸੇ ਤਰ੍ਹਾਂ ਭਾਈ ਵਾਹਿਗੁਰੂ ਦਾ ਨਾਮ ਸਾਡੇ ਜੀਵਨ ਦੇ ਲਈ ਲਾਭਕਾਰੀ ਹੈ। ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ, ਬਿਨਸ ਜਾਹੇ ਹਰ ਨਾਮ ਉਚਾਰੀ। ਲਓ ਵੇਖੋ, ਇਹ ਜਿਹੜੇ ਨਾਮ ਦੀ ਸ਼ਕਤੀ ਹੈ, ਇਹ ਨਾਮ ਦੀ ਕਰਾਮਾਤ ਹੈ। ਕਾਮ ਕ੍ਰੋਧ ਮਦ ਹੰਕਾਰ ਤੇ ਮਤਸਰ ਈਰਖਾ ਤੇ ਤ੍ਰਿਸ਼ਨਾ, ਬਿਨਸ ਜਾਹੇ ਹਰ ਨਾਮ ਉਚਾਰੀ। ਜਦੋਂ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਇਹ ਵੀ ਸਾਰੇ ਨਾਸ਼ ਹੋ ਜਾਂਦੇ ਨੇ। ਕਾਮ ਕ੍ਰੋਧ ਹੰਕਾਰ ਈਰਖਾ ਤੇ ਤ੍ਰਿਸ਼ਨਾ, ਇਹ ਜਿਹੜੇ ਵਿਕਾਰ ਨੇ, ਐਬ ਨੇ, ਔਗਣ ਨੇ, ਇਹ ਵੀ ਸਾਰੇ ਨਾਮ ਜਪ ਕੇ ਨਾਸ਼ ਹੋ ਜਾਂਦੇ ਹਨ। ਇਸਨਾਨ ਦਾਨ ਤਾਪਨ ਸੁਚ ਕਿਰਿਆ, ਚਰਨ ਕਮਲ ਹਿਰਦੈ ਪ੍ਰਭ ਧਾਰੀ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਚਰਨ ਕਮਲ ਹਿਰਦੈ ਪ੍ਰਭ ਧਾਰੀ। 99 ਕਰਕੇ ਅਰਥ ਲੱਗੇਗਾ, ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਜਿਹੜਾ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇ। ਚਰਨ ਕਿਹੜੇ ਨੇ? ਚਿਤ ਚਰਨ ਨਾਮ, ਨਾਮ ਰੂਪੀ ਚਰਨ। ਚਰਨ ਕਮਲ ਹਿਰਦੈ ਪ੍ਰਭ ਧਾਰੀ। ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਇਸ਼ਨਾਨ ਦਾਨ ਤਾਪਣ ਸੁਚ ਕਿਰਿਆ, ਉਹਦਾ ਕੀਤਾ ਹੋਇਆ ਇਸ਼ਨਾਨ, ਕੀਤਾ ਹੋਇਆ ਦਾਨ, ਕੀਤੇ ਹੋਏ ਤਪ ਤੇ ਰੱਖੀ ਹੋਈ ਸੁਚ, ਸੰਜਮ, ਪਵਿੱਤਰਤਾ, ਮਰਜ਼ਾਦਾ ਤੇ ਕਿਰਿਆ, ਉਹ ਸਾਰੇ ਸਫਲ ਹੋ ਜਾਂਦੇ ਨੇ।
ਜੇ ਨਾਮ ਹਿਰਦੇ ਵਿੱਚ ਨਹੀਂ ਵਸਿਆ ਫਿਰ ਸਾਰੇ ਨਿਸਫਲ ਨੇ, ਤੇ ਜੇ ਹਿਰਦੇ ਵਿੱਚ ਨਾਮ ਵਸ ਗਿਆ ਫਿਰ ਇਸ਼ਨਾਨ, ਦਾਨ, ਤਪ, ਸੁੱਚ, ਪਵਿੱਤਰਤਾ ਤੇ ਕਿਰਿਆ ਉਹ ਸਾਰੇ ਸਫਲ ਹੋ ਜਾਂਦੇ ਹਨ। ਸਾਜਨ ਮੀਤ ਸਖਾ ਹਰ ਬੰਦਪ, ਜੀ ਧਾਨ ਪ੍ਰਭ ਪ੍ਰਾਣ ਆਧਾਰੀ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਉਹ ਵਾਹਿਗੁਰੂ ਜਿਸ ਦਾ ਅਸੀਂ ਨਾਮ ਜਪਣਾ ਹੈ, ਸਾਜਨ ਮੀਤ ਸਖਾ ਹਰ ਬੰਦਪ, ਉਹ ਵਾਹਿਗੁਰੂ ਸਾਡਾ ਸਾਜਨ, ਮਨ ਦਾ ਸੁਹਿਰਦ ਮਿੱਤਰ ਹੈ, ਤੇ ਨਾਲ ਬਾਣੀ ਦਾ ਵੀ ਮਿੱਤਰ ਹੈ, ਤੇ ਸਰੀਰ ਦਾ ਵੀ ਸਖਾ ਪਿਆਰਾ ਹੈ, ਤੇ ਉਹੀ ਸਾਡਾ ਬੰਧਪ ਸੰਬੰਧੀ ਹੈ, ਕਰੀਬੀ ਰਿਸ਼ਤੇਦਾਰ ਹੈ। ਜੀਅ ਧਾਨ, ਉਹ ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ। ਪ੍ਰਭ ਸਮਰੱਥ ਹੈ ਤੇ ਪ੍ਰਣ ਆਧਾਰੀ, ਸਾਡੇ ਪ੍ਰਾਣਾਂ ਨੂੰ ਵੀ ਉਹੀ ਆਸਰਾ ਪ੍ਰਦਾਨ ਕਰਦਾ ਹੈ। ਓਟ ਗਹੀ ਸੁਆਮੀ ਸਮਰੱਥ ਹੈ, ਨਾਨਕ ਦਾਸ ਸਦਾ ਬਲਿਹਾਰੀ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਓਟ ਗਹੀ ਸੁਆਮੀ ਸਮਰੱਥ ਹੈ, ਅਸੀਂ ਸਮਰੱਥ ਸੁਆਮੀ, ਸਰਬ ਕਲਾ ਸਮਰੱਥ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਓਟ ਗ੍ਰਹਿਣ ਕੀਤੀ ਹੈ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਨਾਨਕ ਦਾਸ ਸਦਾ ਬਲਿਹਾਰੀ, ਮੈਂ ਦਾਸ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਣਾ, ਸਦਕੇ ਜਾਣਾ, ਸਭ ਕੁਝ ਉਸ ਤੋਂ ਨਿਸ਼ਾਵਰ ਕਰਦਾ ਹਾਂ। ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। ਲਓ ਹੁਣ 10ਵੇਂ ਸਵਈਏ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। 99 ਕਰਕੇ ਅਰਥ ਲੱਗੇਗਾ ਪ੍ਰੇਮ ਰਸ ਚਰਨ ਕਮਲ ਸੰਗ, ਵੀ ਜਿਹੜਾ ਮਨੁੱਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਪ੍ਰੇਮ ਕਰਕੇ ਤੇ ਰਸ ਦੇ ਵਿੱਚ ਮਗਨ ਹੋ ਜਾਂਦਾ ਹੈ, ਆਵਦ ਕਟਿਓ ਨਾ ਜਾਤ। ਜੇ ਕੋਈ ਉਹਦੇ ਉੱਤੇ ਸ਼ਾਸਤਰ ਦੇ ਨਾਲ ਵਾਰ ਕਰੇ, ਆਵਦ ਅਰਥ ਹੈ ਸ਼ਾਸਤਰ, ਕਟਿਓ ਨਾ ਜਾਤ, ਉਹ ਕਟਿਆ ਨਹੀਂ ਜਾਂਦਾ। ਇਹਦਾ ਮਤਲਬ ਇਹ ਹੈ ਵਾਹਿਗੁਰੂ ਪਰਮੇਸ਼ਰ ਆਪ ਉਹਦੀ ਰੱਖਿਆ ਕਰਦਾ। ਜਿਹਦੇ ਕੋਲੇ ਵਾਹਿਗੁਰੂ ਦਾ ਨਾਮ ਹੈ, ਪ੍ਰੇਮ ਰਸ ਚਰਨ ਕਮਲ ਸੰਗ, ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਦੇ ਰਸ ਵਿੱਚ ਮਗਨ ਹੋਇਆ ਹੋਇਆ, ਉਹ ਕਿਸੇ ਸ਼ਸਤਰ ਦੇ ਨਾਲ ਵੀ ਕੱਟਿਆ ਵੱਢਿਆ ਨਹੀਂ ਜਾ ਸਕਦਾ। ਦਾਵਨ ਬੰਧਿਓ ਨਾ ਜਾਤ, ਵਿਦੇ ਮਨ ਦਰਸ ਮਗ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵਿਦੇ ਮਨ ਦਰਸ ਮਗ, ਜਿਨ੍ਹਾਂ ਦੇ ਮਨ ਵਾਹਿਗੁਰੂ ਦੇ ਦਰਸ਼ਨਾਂ ਦੇ ਮਗ ਦਾ ਅਰਥ ਹੈ ਰਸੇ ਵਿੱਚ ਵਿੰਨੇ ਗਏ ਨੇ, ਭਾਵ ਭਗਤੀ ਦੇ ਰਸ ਵਿੱਚ ਵਿੰਨੇ ਗਏ ਨੇ। ਦਾਵਨ ਬੰਧਿਓ ਨਾ ਜਾਤ, ਦਾਵਨ ਦਾ ਅਰਥ ਹੈ ਰੱਸੀ, ਉਹ ਕਿਸੇ ਰੱਸੀ ਦੇ ਨਾਲ ਵੀ ਬੰਨਿਆ ਨਹੀਂ ਜਾ ਸਕਦਾ। ਪਹਿਲਾਂ ਆਖਿਆ ਸੀ ਆਵਦ ਕਟਿਓ ਨਾ ਜਾਤ, ਵੀ ਜਿਹਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਰਸ ਵਿੱਚ ਮਗਨ ਹੋ ਜਾਂਦਾ, ਉਹ ਕਿਸੇ ਸ਼ਸਤਰ ਦੇ ਨਾਲ ਨਹੀਂ ਕੱਟਿਆ ਜਾ ਸਕਦਾ। ਤੇ ਜਿਹਦਾ ਮਨ ਵਾਹਿਗੁਰੂ ਦੇ ਦਰਸ਼ਨਾਂ ਦੀ ਮਗ ਦਾ ਅਰਥ ਹੈ ਖੁਮਾਰੀ ਦੇ ਵਿੱਚ, ਦਰਸ਼ਨਾਂ ਦੀ ਤਾਂਘ ਦੇ ਵਿੱਚ ਵਿੰਨਿਆ ਜਾਂਦਾ ਹੈ। ਉਹਨੂੰ ਕੋਈ ਰੱਸਿਆਂ ਨਾਲ ਵੀ ਬੰਨ੍ਹ ਕੇ ਜਕੜ ਕੇ ਰੱਖਣਾ ਚਾਹੇ, ਉਹ ਰੱਸਿਆਂ ਨਾਲ ਬੰਨ੍ਹਿਆ ਨਹੀਂ ਜਾ ਸਕਦਾ। ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲਗ। ਲੋ ਜਿਹੜਾ ਵਾਹਿਗੁਰੂ ਦੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਦੇ ਨਾਲ ਲੱਗਿਆ ਰਹਿੰਦਾ, ਭਾਵ ਸ਼ਰਧਾ ਭਾਵਨਾ ਦੇ ਨਾਲ ਮਹਾਂਪੁਰਖਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ, ਪਾਵਕ ਜਰਿਓ ਨਾ ਜਾਤ, ਬਈ ਉਹ ਅੱਗ ਦੇ ਨਾਲ ਵੀ ਸਾੜਿਆ ਨਹੀਂ ਜਾ ਸਕਦਾ, ਉਹ ਅੱਗ ਦੇ ਨਾਲ ਵੀ ਨਹੀਂ ਕਦੀ ਸੜਦਾ। ਰਹਿਓ ਜਨ ਧੂਰ ਲੱਗ, ਜਿਹੜਾ ਮਹਾਂਪੁਰਖਾਂ ਦੇ ਚਰਨ ਧੂੜੀ ਦੇ ਨਾਲ ਲੱਗਿਆ ਰਹਿੰਦਾ ਹੈ। ਨੀਰ ਨਾ ਸਾਕਸ ਬੋਰ, ਚਲੈ ਹਰ ਪੰਥ ਪਗ। ਲੋ ਜਿਹੜਾ ਪਗ ਦਾ ਅਰਥ ਹੈ ਆਪਣੇ ਪੈਰਾਂ ਦੇ ਨਾਲ ਉਸ ਵਾਹਿਗੁਰੂ ਦੇ ਪਾਓ ਭਗਤੀ ਦੇ ਮਾਰਗ ਤੇ ਚੱਲਦਾ ਹੈ, ਸਿੱਖੀ ਦੇ ਮਾਰਗ ਤੇ, ਧਰਮ ਦੇ ਮਾਰਗ ਤੇ ਚੱਲਦਾ ਹੈ। ਨੀਰ ਨਾ ਸਾਕਸ ਬੋਰ, ਭਾਈ ਉਹਨੂੰ ਪਾਣੀ ਵੀ ਨਹੀਂ ਡੁਬਾ ਸਕਦਾ। ਭਾਵ ਵਾਹਿਗੁਰੂ ਹਰ ਪ੍ਰਕਾਰ ਉਹਨਾਂ ਦੀ ਰੱਖਿਆ ਕਰਦਾ ਹੈ। ਨਾਨਕ ਰੋਗ ਦੋਖ ਅਗ ਮੋਹ, ਛਿਦੇ ਹਰ ਨਾਮ ਖਗ। ਇਹ ਨਾਮ ਦੀ ਮਹਿਮਾ ਹੈ। ਹਜੂਰ ਕਹਿੰਦੇ ਨਾਨਕ ਰੋਗ ਦੋਖ ਅਗ ਮੋਹ, ਰੋਗ
ਆਦਿ ਵਿਆਧੀ ਉਪਾਧੀ, ਤਿੰਨ ਤਰ੍ਹਾਂ ਦੇ ਤਾਪ, ਦੋਖ ਜਿਹੜੇ ਸਾਡੇ ਐਬ ਨੇ, ਵਿਕਾਰ ਨੇ, ਔਗਣ ਨੇ, ਅਗ ਪਾਪ ਤੇ ਮੋਹ। ਸਿੱਧੇ ਹਰ ਨਾਮ ਖੱਗ, ਇਹ ਨਾਮ ਦੇ ਖੱਗ ਦਾ ਅਰਥ ਹੈ ਖੜਗ ਦੇ ਨਾਲ। ਨਾਮ ਦੇ ਖੱਗ ਦਾ ਖੜਗ ਦੇ ਨਾਲ, ਤੇਗੇ ਦੇ ਨਾਲ, ਇਹ ਸਾਰੇ ਸਿੱਧੇ ਦਾ ਅਰਥ ਹੈ ਕੱਟੇ ਜਾਂਦੇ ਨੇ। ਜਿਹਦੇ ਕੋਲੇ ਨਾਮ ਹੈ, ਨਾਮ ਇੱਕ ਖੜਗ ਹੈ, ਖੱਗ ਦਾ ਅਰਥ ਖੰਡਾ ਵੀ ਕੀਤਾ, ਉਹ ਨਾਮ ਦੇ ਖੰਡੇ ਦੇ ਨਾਲ। ਆ ਜਿਵੇਂ ਕਈ ਜਿਹੜੇ ਗੁਰਮੁਖ ਪਿਆਰੇ ਅਖੰਡ ਕੀਰਤਨੀਏ ਨੇ, ਜਦੋਂ ਸਿਮਰਨ ਕਰਦੇ ਨੇ ਕਹਿੰਦੇ ਅਸੀਂ ਨਾਮ ਦਾ ਖੰਡਾ ਖੜਕਾਉਣੇ ਆ। ਸਿੱਧੇ ਹਰ ਨਾਮ ਖੱਗ, ਉਹ ਨਾਮ ਦੇ ਖੰਡੇ ਦੇ ਨਾਲ ਆ ਜਿਹੜੇ ਵਿਕਾਰ ਨੇ ਇਹਨਾਂ ਨੂੰ ਕੱਟ ਦਿੰਦੇ ਹਨ। ਉਦਮ ਕਰ ਲਾਗੇ ਬਹੁ ਭਾਤੀ, ਵਿਚ ਰਹਿ ਅਨਕ ਸ਼ਾਸਤਰ ਬਹੁ ਖਟੂਆ। ਲਾਉਣ ਅੱਗੇ 11ਵੇਂ ਸਵਈਏ ਦੇ ਵਿੱਚ ਪਖੰਡ ਦਾ ਖੰਡਨ ਕਰਦੇ ਨੇ। ਉਦਮ ਕਰ ਲਾਗੇ ਬਹੁ ਭਾਂਤੀ, ਵੀ ਜਿਹੜੇ ਬਹੁਤ ਸਾਰੇ ਪਖੰਡੀ ਲੋਕ ਨੇ ਉਹ ਬਹੁਤ ਤਰ੍ਹਾਂ ਦੇ ਨਾਲ ਉਦਮ ਪੁਰਸ਼ਾਰਥ ਕਰਕੇ ਤੇ ਉਹ ਕਿਸੇ ਨਾ ਕਿਸੇ ਪਾਸੇ ਪ੍ਰਪੰਚ ਦੇ ਵਿੱਚ, ਪਖੰਡ ਦੇ ਵਿੱਚ ਲੱਗੇ ਹੋਏ ਨੇ। ਵਿਚਰੈ ਅਨਕ ਸ਼ਾਸਤਰ ਬਹੁ ਖਟੂਆ, ਉਹ ਅਨੇਕਾਂ ਸ਼ਾਸਤਰਾਂ ਦੇ ਵਿੱਚ, ਤੇ ਜਿਨ੍ਹਾਂ ਵਿੱਚੋਂ ਖਟੂਆ ਖਟ ਸ਼ਾਸਤਰ ਪ੍ਰਮੁੱਖ ਨੇ। ਸਾਂਖ, ਨਿਆਏ, ਪਤੰਜਲ, ਮੀਮਾਂਸਾ ਆਦਿਕ ਜਿਹੜੇ ਇਹ ਗ੍ਰੰਥ ਨੇ ਵੈਸ਼ੇਕਿਕ, ਵੀ ਇਹ ਜਿਹੜੇ ਖਟ ਸ਼ਾਸਤਰ ਨੇ, ਵਿਚਰੈ ਅਨਕ ਸ਼ਾਸਤਰ ਬਹੁ ਖਟੂਆ, ਉਹ ਖਟ ਸ਼ਾਸਤਰਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਨਾਲ ਵਿਚਰਦੇ ਨੇ। ਇਹਦਾ ਮਤਲਬ ਇਹ ਹੈ ਜਿਹੜੇ ਪਖੰਡੀ ਲੋਕ ਨੇ ਵੀ ਉਹ ਖਟ ਸ਼ਾਸਤਰਾਂ ਦਾ ਅਧਿਐਨ ਕਰਦੇ ਨੇ ਤੇ ਫਿਰ ਉਹ ਚਰਚਾ ਵੀ ਕਰਦੇ ਨੇ। ਧਾਰਨਾ ਕੋਈ ਹੁੰਦੀ ਨਹੀਂ, ਬਹਿਸ ਮੁਬਾਹਿਸੇ ਕਰਦੇ ਰਹਿੰਦੇ ਨੇ। ਇਕੱਲੇ ਗ੍ਰੰਥਾਂ ਨੂੰ ਪੜ੍ਹ ਕੇ, ਵਿਦਿਆ ਨੂੰ ਪੜ੍ਹ ਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨ। ਪਖੰਡੀ ਲੋਕ ਉਹ ਅਨੇਕਾਂ ਤਰ੍ਹਾਂ ਖਟ ਸ਼ਾਸਤਰਾਂ ਦੇ ਵਿੱਚ ਪ੍ਰਵਿਰਤ ਹੁੰਦੇ ਨੇ ਤੇ ਬੜਾ ਉਦਮ ਕਰਦੇ ਨੇ ਬਈ ਅਸੀਂ ਗ੍ਰੰਥ ਪੜ੍ਹ ਕੇ ਤੇ ਸ਼ਾਇਦ ਰੱਬ ਨੂੰ ਵੀ ਪ੍ਰਾਪਤ ਕਰ ਲਵਾਂਗੇ, ਪਰ ਉਹਨਾਂ ਨੂੰ ਵੀ ਪ੍ਰਾਪਤੀ ਨਹੀਂ ਹੁੰਦੀ। ਭਸਮ ਲਗਾਏ ਤੀਰਥ ਬਹੁ ਭ੍ਰਮ ਤੇ, ਸੂਖਮ ਦੇਹ ਬੰਦਹਿ ਬਹੁ ਚਟੂਆ। ਲੋਕ ਕਈ ਇਹੋ ਜਿਹੇ ਵੀ ਸਾਧੂ ਨੇ, ਭਸਮ ਲਗਾਏ ਆਪਣੇ ਸਰੀਰ ਤੇ ਸੁਆਹ ਮੜ ਲੈਂਦੇ ਨੇ, ਉਹਨੂੰ ਵਿਭੂਤੀ ਵੀ ਕਹਿ ਦਿੰਦੇ ਨੇ। ਸੁਆਹ ਲਾ ਕੇ ਤੀਰਥ ਬਹੁ ਭ੍ਰਮ ਤੇ, ਬਹੁਤੇ ਤੀਰਥਾਂ ਤੇ ਭਟਕਦੇ ਫਿਰਦੇ ਨੇ। ਕਈ ਸਾਧੂ, ਕੋਈ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਤੁਰ ਜਾਂਦਾ ਹੈ, ਕੋਈ ਤਰਬੇਣੀ 'ਤੇ ਇਸ਼ਨਾਨ ਕਰਨ ਵਾਸਤੇ ਤੁਰ ਜਾਂਦਾ ਹੈ। ਸੁਆਹ ਮਲ ਕੇ ਬਹੁਤੇ ਤੀਰਥਾਂ 'ਤੇ ਭਟਕਦੇ ਫਿਰਦੇ ਨੇ ਸੂਖਮ ਦੇ, ਤੇ ਫਿਰ ਆਪਣੇ ਦੇਹ ਨੂੰ ਸੂਖਮ ਕਮਜ਼ੋਰ ਕਰ ਲੈਂਦੇ ਨੇ। ਕਈ ਸਾਧੂ ਵੀ ਉਹ ਅਲਪਾਹਾਰੀ ਹੁੰਦੇ ਨੇ ਜਾਂ ਕੁਛ ਸਮੇਂ ਲਈ ਭੋਜਨ ਵੀ ਛੱਡ ਦਿੰਦੇ ਨੇ ਤੇ ਉਹਨਾਂ ਦੀ ਦੇਹ ਸੂਖਮ ਕਮਜ਼ੋਰ ਹੋ ਜਾਂਦੀ ਹੈ, ਸਰੀਰ ਸੁੱਕ ਜਾਂਦੇ ਨੇ, ਪਿੰਜਰ ਬਣ ਜਾਂਦੇ ਨੇ, ਬੰਦਾ ਬਹੁਤ ਜਟੂਆ। ਕਈ ਸਾਧੂ ਇਹੋ ਜਿਹੇ ਨੇ ਜਿਹੜੇ ਬਹੁਤ ਸਾਰੇ, ਜਟੂਆ ਦਾ ਅਰਥ ਜਟਾਂ ਦੇ ਜੂੜੇ ਬਣਾਈ ਫਿਰਦੇ ਨੇ, ਬੰਨੀ ਫਿਰਦੇ ਨੇ। ਜਦੋਂ ਆਪਾਂ ਰਿਸ਼ੀਕੇਸ਼, ਹਰਿਦੁਆਰ ਜਿਹੜੇ ਹਿੰਦੂ ਧਰਮ ਦੇ ਤੀਰਥ ਨੇ ਉਹਨਾਂ 'ਤੇ ਜਾਂਦੇ ਹਾਂ, ਉੱਥੇ ਇਹੋ ਜਿਹੇ ਸਾਧੂ ਅਕਸਰ ਮਿਲ ਜਾਂਦੇ ਨੇ ਜਿਹੜੇ ਸੁਆਹ ਮਲ ਕੇ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ, ਜਿਨ੍ਹਾਂ ਨੇ ਆਪਣੇ ਦੇਹ ਨੂੰ ਵੀ ਸਾਧਨ ਕਰਕੇ ਤੇ ਭੋਜਨ ਛੱਡ ਕੇ ਸੂਖਮ ਕਮਜ਼ੋਰ ਕੀਤਾ ਹੁੰਦਾ ਹੈ ਤੇ ਬੜੇ ਬੜੇ ਜਟਾਂ ਦੇ ਜੂੜੇ ਬੰਨੀ ਫਿਰਦੇ ਹਨ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ। ਲੋ ਆ ਹੈ ਤਤ ਦੀ ਗੱਲ, ਨਿਚੋੜ ਇਹ ਹੈ, ਬਿਨ ਹਰ ਭਜਨ ਸਗਲ ਦੁਖ ਪਾਵਤ। ਬਿਨਾਂ ਵਾਹਿਗੁਰੂ ਦੇ ਭਜਨ ਤੋਂ, ਤੇ ਚਾਹੇ ਖਟ ਸ਼ਾਸਤਰਾਂ ਦੇ ਆਚਾਰੀਆਂ ਨੇ ਤੇ ਚਾਹੇ ਸੁਆਹ ਮਲ ਕੇ ਤੀਰਥਾਂ 'ਤੇ ਨਹਾਉਂਦੇ ਫਿਰਦੇ ਨੇ ਤੇ ਚਾਹੇ ਆਪਣੀ ਦੇਹ ਨੂੰ ਸੂਖਮ ਕਮਜ਼ੋਰ ਕਰਕੇ ਜਟਾਂ ਦੇ ਜੂੜੇ ਬੰਨੀ ਫਿਰਦੇ ਨੇ, ਜੇ ਉਹ ਭਜਨ ਹੀ ਨਾ ਕਰਦੇ, ਬਿਨਾਂ ਭਜਨ ਤੋਂ ਸਾਰੇ ਦੁੱਖ ਪਾਉਂਦੇ ਨੇ। ਜਿਉਂ ਪ੍ਰੇਮ ਵਢਾਏ ਸੂਤ ਕੇ ਹਟੂਆ, ਜਿਵੇਂ ਕੋਈ ਦੁਕਾਨਦਾਰ, ਹਟੂਆਦਾਰ ਤਾਂ ਆਪਣੀ ਹੱਠ ਦੇ ਉੱਤੇ ਬੜੇ ਪ੍ਰੇਮ ਦੇ ਨਾਲ ਸੂਤ ਦੇ
ਗੋਲੇ ਲੱਡੂ ਵੱਟ ਕੇ ਰੱਖੀ ਜਾਂਦਾ ਹੈ, ਪਰ ਉਹ ਖਾ ਕੇ ਕਿਹੜਾ ਉਹਨਾਂ ਦੀ ਭੁੱਖ ਮਿਟ ਜਾਂਦੀ ਹੈ। ਜਿਹੜੇ ਸੂਤ ਦੇ ਲੱਡੂ ਹੁੰਦੇ ਨੇ ਤੇ ਉਹਨਾਂ ਨੂੰ ਵੱਟ ਕੇ ਦੁਕਾਨਦਾਰ ਦੁਕਾਨ 'ਤੇ ਰੱਖਦਾ, ਉਹਦੇ ਨਾਲ ਕਿਹੜਾ ਭੁੱਖ ਮਿਟ ਜਾਂਦੀ ਹੈ। ਇਹਦਾ ਮਤਲਬ ਜਿਹੜੇ ਪਖੰਡੀ ਲੋਕ ਸਾਧਨ ਕਰਦੇ ਨੇ, ਇਹ ਸਾਰੇ ਸੂਤ ਦੇ ਲੱਡੂ ਵੱਟਦੇ ਨੇ। ਸੂਤ ਦੇ ਲੱਡੂ ਵੱਟ ਕੇ ਕਿਸੇ ਦੀ ਭੁੱਖ ਨਹੀਂ ਦੂਰ ਹੋ ਸਕਦੀ। ਇਹ ਫੋਕਟ ਕਰਮ ਕਰਕੇ ਕਿਸੇ ਦੀ ਜਿਹੜੀ ਮਨ ਦੀ ਤ੍ਰਿਸ਼ਨਾ ਦੀ ਭੁੱਖ ਹੈ, ਆਸਾ ਤ੍ਰਿਸ਼ਨਾ ਦੀ ਭੁੱਖ ਪਿਆਸ ਹੈ, ਉਹ ਨਹੀਂ ਦੂਰ ਹੋ ਸਕਦੀ। ਅਥਵਾ ਦੂਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ, ਪ੍ਰੇਮ ਵਡਾਏ ਸੂਤ ਕੇ ਹਟੂਆ, ਵੀ ਜਿਵੇਂ ਇੱਕ ਕਹਿਣਾ ਉਸ ਪੰਛੀ ਦਾ ਨਾਮ ਹੈ, ਕਈਆਂ ਨੇ ਉਸ ਦਾ ਨਾਮ ਬੰਬੋਹਾ ਵੀ ਲਿਖਿਆ, ਪਰ ਪੰਜਾਬੀ ਵਿੱਚ ਆਪਾਂ ਉਹਨੂੰ ਮੱਕੜੀ ਕਹਿ ਸਕਦੇ ਹਾਂ। ਜਿਵੇਂ ਮੱਕੜੀ ਬਹੁਤ ਪ੍ਰੇਮ ਵਡਾਏ ਸੂਤ ਕੇ ਹਟੂਆ, ਉਹ ਬੜੇ ਪ੍ਰੇਮ ਦੇ ਨਾਲ ਸੂਤ ਕੱਤਦੀ ਹੈ, ਜਾਲਾ ਤਣਦੀ ਹੈ। ਇਹ ਮੱਕੜੀ ਦਾ ਸੁਭਾਅ ਹੈ। ਉਹ ਮੱਕੜੀ ਦੂਸਰੇ ਮੱਛਰ ਨੂੰ ਫਸਾਉਣ ਵਾਸਤੇ ਉਹ ਜਾਲਾ ਤਣਦੀ ਹੈ। ਸੂਤ ਕੇ ਹਟੂਆ, ਉਹ ਸੂਤਰ ਦੇ ਹਟੂਆ ਦਾ ਅਰਥ ਹੈ ਵੀ ਉਹ ਮਕਾਨ ਘਰ ਬਣਾਉਂਦੀ ਹੈ। ਜੋ ਪ੍ਰੇਮ ਵਡਾਏ ਸੂਤ ਕੇ ਹਟੂਆ, ਜਿਵੇਂ ਮੱਕੜੀ ਉਹ ਆਪਣੇ ਸੂਤ ਨੂੰ ਕੱਤ ਕੇ ਤੇ ਅੱਗੇ ਕਈ ਤਰ੍ਹਾਂ ਦੇ ਹਟੂਆ ਦਾ ਅਰਥ ਹੈ ਵੀ ਉਹ ਘਰ ਦੁਕਾਨਾਂ ਬਣਾਉਂਦੀ ਹੈ ਦੂਜਿਆਂ ਨੂੰ ਫਸਾਉਣ ਵਾਸਤੇ, ਫਿਰ ਆਪ ਹੀ ਉਹਦੇ ਵਿੱਚ ਫਸ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਪਖੰਡੀ ਲੋਕ ਨੇ, ਉਹ ਲੋਕਾਂ ਨੂੰ ਫਸਾਉਣ ਵਾਸਤੇ ਕਈ ਤਰ੍ਹਾਂ ਦੇ ਜਾਲ ਵਿਛਾਉਂਦੇ ਨੇ। ਸੱਜਣ ਠੱਗ ਵਾਂਗ ਬੜਾ ਪ੍ਰੇਮ ਵਧਾ ਕੇ ਉਹ ਸੂਤ ਦੇ ਜਾਲ ਫੈਲਾਉਂਦੇ ਨੇ ਲੋਕਾਂ ਨੂੰ ਠੱਗਣ ਵਾਸਤੇ, ਲੋਕਾਂ ਨੂੰ ਲੁੱਟਣ ਵਾਸਤੇ, ਫਿਰ ਆਪ ਵੀ ਉਸੇ ਪਖੰਡ ਦੇ ਜਾਲ ਵਿੱਚ ਫਸ ਜਾਂਦੇ ਨੇ। ਜਿਵੇਂ ਕਿ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, पेख दिखाए जगत को लोगन को बस कीन, अंत काल काती कटियो बास नरक मो लीन। भी ਜਿਹੜੇ ਪਖੰਡੀ ਲੋਕ ਨੇ ਆਪ ਵੀ ਫਿਰ ਨਰਕਾਂ ਵਿੱਚ ਜਾ ਕੇ ਡਿੱਗਦੇ ਹਨ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟ ਹੈ ਕਰ ਥਟੂਆ। ਗਰੀਬਨ ਵਾਜ ਸਤਿਗੁਰੂ ਜੀ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ, ਪੂਜਾ ਚੱਕਰ ਕਰਤ ਸੋਮ ਪਾਕਾ। ਵੇਖ ਲਓ ਪਖੰਡੀ ਲੋਕ ਖੋੜਸ ਪ੍ਰਕਾਰ ਦੀ 16 ਪ੍ਰਕਾਰ ਦੀ ਪੂਜਾ ਵੀ ਕਰਦੇ ਨੇ। ਚੱਕਰ ਤਿਲਕ ਛਾਪਾ ਆਦਿਕ ਵੀ ਆਪਣੇ ਸਰੀਰ 'ਤੇ ਲਾ ਲੈਂਦੇ ਨੇ। ਤੇ ਕਰਤ ਸੋਮ ਪਾਕਾ, ਤੇ ਸੋਮ ਪਾਕਾ ਸਵੈੰ ਪਾਕ, ਆਪਣੇ ਹੱਥੀਂ ਭੋਜਨ ਤਿਆਰ ਕਰਕੇ ਛਕਣਾ, ਉਹਨੂੰ ਸੋਮ ਪਾਕ ਕਹਿੰਦੇ ਨੇ। ਦੂਸਰਾ ਸੋਮ ਪਾਕਾ ਦਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ ਹੈ, ਕ੍ਰਿਸ਼ਨ ਚੰਦਰਾਇਨੀ ਆਦਿਕ ਉਹ ਵਰਤ ਵੀ ਰੱਖਦੇ ਨੇ। ਸੋਮ ਚੰਦਰਮਾ ਦਾ ਨਾਮ ਹੈ। ਚੰਦਰਮਾ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਚੰਦਰਮਾ ਦੀ ਕਲਾ ਵੱਧਦੀ ਹੈ, ਏਕੋਂ ਵਾਲੇ ਦਿਨ ਇੱਕ ਗਰਾਹੀ ਖਾਣੀ, ਦੂਜ ਵਾਲੇ ਦਿਨ 2 ਗਰਾਹੀਆਂ ਖਾਣੀਆਂ, ਤੇ ਫਿਰ 15 ਦਿਨਾਂ ਦੇ ਪੱਖ ਦੇ ਵਿੱਚ ਉਹ 15 ਗਰਾਹੀਆਂ ਖਾਂਦੇ ਸਨ। ਇਹ ਵੀ ਇੱਕ ਵਰਤ ਸੀ। ਫਿਰ ਹੌਲੀ ਹੌਲੀ ਘਟਾਈ ਜਾਣੀਆਂ। ਇਸ ਤਰ੍ਹਾਂ ਦੇ ਵੀ ਉਹ ਸੋਮ ਪਾਕ ਦੇ ਇਸ ਤਰ੍ਹਾਂ ਦੇ ਉਹ ਵਰਤ ਰੱਖਦੇ ਹਨ। ਅਨਕ ਪੰਥ ਥਾਟਾ ਕਰ ਥਟੂਆ, ਤੇ ਅਨੇਕਾਂ ਤਰ੍ਹਾਂ ਦੇ ਥਟੂਆ ਦਾ ਅਰਥ ਹੈ ਠਾਠ ਬਾਠ ਬਣਾ ਕੇ। ਥਾਟਾਂ ਦਾ ਅਰਥ ਵੀ ਉਹ ਧਾਰਨਾ ਕਰਦੇ ਨੇ। ਅਨਕ ਪੰਥ ਥਾਟਾ ਕਰ ਥਟੂਆ, ਅਨੇਕਾਂ ਤਰ੍ਹਾਂ ਦੇ ਥਟੂਆ ਦਾ ਅਰਥ ਹੈ ਉਹ ਆਡੰਬਰ ਕਰਕੇ, ਬਨਾਵਟਾਂ ਬਣਾ ਕੇ, ਕਈ ਤਰ੍ਹਾਂ ਦੇ ਪ੍ਰਪੰਚ ਕਰ ਕਰਕੇ, ਤੇ ਉਹ ਇਸ ਤਰ੍ਹਾਂ ਥਾਟਾ ਠਾਠ ਬਾਠ ਬਣਾਉਂਦੇ ਨੇ ਬਈ ਅਸੀਂ ਲੋਕਾਂ ਨੂੰ ਕਿਸ ਪ੍ਰਕਾਰ ਮਗਰ ਲਾ ਸਕਦੇ ਹਾਂ, ਲੋਕਾਂ ਨੂੰ ਕਿਵੇਂ ਅਸੀਂ ਲੁੱਟ ਸਕਦੇ ਹਾਂ। ਇਸੇ ਲਈ ਉਹ ਪਖੰਡ ਦੇ ਜਾਲ ਵਿਛਾਉਂਦੇ ਨੇ ਤੇ ਕਈ ਤਰ੍ਹਾਂ ਦੇ ਠਾਠ ਬਾਠ ਬਣਾਉਂਦੇ ਨੇ। ਪਰ ਗੁਰਮਤ ਵਿੱਚ ਇਹਨਾਂ ਦੀ ਆਗਿਆ ਨਹੀਂ ਹੈ। ਗੁਰਮਤ ਤਾਂ ਇਹ ਕਹਿੰਦੀ ਹੈ ਸਾਨੂੰ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ। ਸਾਦਗੀ ਵਿੱਚ ਰਹਿਣਾ, ਪਖੰਡਬਾਜ਼ੀ ਨਹੀਂ ਕਰਨੀ। ਜੋ ਅੰਦਰ ਹੈ ਉਹ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੋਵੇ। ਤੇ ਇਸ ਤਰ੍ਹਾਂ ਪਖੰਡ ਕਰਕੇ ਤੇ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਇਹ ਹੈ ਪਾਵਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ 20 ਸਵਈਏ, ਜੋ ਗਰੀਬਨ ਨਿਵਾਜ ਸਤਿਗੁਰੂ ਜੀ ਨੇ ਭੱਟਾਂ ਦੇ ਪ੍ਰਥਾएं ਉਚਾਰਨ ਕੀਤੇ, ਉਹਨਾਂ ਨੂੰ ਉਪਦੇਸ਼ ਦਿੱਤਾ, ਨਾਮ ਦੀ ਮਹਿਮਾ ਕੀਤੀ ਹੈ, ਪਖੰਡ ਦਾ ਖੰਡਨ ਕੀਤਾ ਹੈ। ਆਪਾਂ ਉਹਨਾਂ ਦੇ ਵਿਚਾਰ ਨੂੰ ਸਰਵਣ ਕੀਤਾ ਹੈ ਤੇ ਅੱਗੇ ਭੱਟਾਂ ਦੇ ਸਵਈਏ ਆਰੰਭ ਹੋਣਗੇ।
ਪਹਿਲਾਂ 2 ਪਾਠ ਗੁਰੂ ਅਰਜਨ ਦੇਵ ਮਹਾਰਾਜ ਦੇ ਸਨ। ਇਹਨਾਂ ਸੋਈਆਂ ਦੇ ਅੰਦਰ ਪਹਿਲੇ ਦੇ 9 ਅੰਕ ਸਨ ਤੇ ਇਸ ਦੇ 11 ਨੇ। 9 ਤੇ 11 ਰਲ ਕੇ 20 ਸਵਈਏ ਗੁਰੂ ਅਰਜਨ ਦੇਵ ਮਹਾਰਾਜ ਦੇ ਇੱਥੇ ਸੰਪੂਰਨ ਹੋਏ ਨੇ। ਆਪਾਂ ਇਹਨਾਂ ਦੀ ਵਿਚਾਰ ਨੂੰ ਸੁਣਿਆ, ਇਸ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ ਵਢਾਏ ਸੂਤ ਕੇ ਹਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟਹਿ ਕਰ ਥਟੁਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।